ਹੁਣ तक असी आर्टिकल 22 तक कर चुके हैं। किसी को कोई डाउट आर्टिकल 12 तो लैके 22 तक मैं तो पूछो। हाँ जी रमी सर आर्टिकल 60 नंबर ਦੇ ਵਿੱਚ ਪਬਲਿਕ ਇੰਪਲੋਇਮੈਂਟ ਐਕਟ ਸੀਗਾ 1957 ਦਾ। ਬਸ ਇਹ ਦੱਸ ਦਿਓ ਇੱਕ ਲਾਈਨ। ਆਰਟੀਕਲ 16 ਇਹ ਕਹਿੰਦਾ ਸੀ ਵੀ ਭਾਰਤ ਦੇ ਵਿੱਚ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਾਇਆ ਜਾਊਗਾ ਜਿਹਦੇ ਤਹਿਤ ਤੁਹਾਡਾ ਨੌਕਰੀ ਲੈਣ ਦਾ ਅਧਿਕਾਰ ਤੁਹਾਡੇ ਤੋਂ ਖੋਇਆ ਜਾਵੇ। ਮਤਲਬ ਹਰ ਇਨਸਾਨ ਨੂੰ ਬਰਾਬਰ ਅਧਿਕਾਰ ਹੈ ਨੌਕਰੀ ਕਰਨ ਦਾ, ਨੌਕਰੀ ਦੇ ਫਾਰਮ ਭਰਨ ਦਾ, ਟੈਸਟ ਦੇਣ ਦਾ, ਨੌਕਰੀ ਲੈਣ ਦਾ। ਤੁਹਾਡੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਲਾਈ ਜਾ ਸਕਦੀ ਇਹਨਾਂ ਚੀਜ਼ਾਂ ਦੇ ਆਧਾਰ ਤੇ, ਧਰਮ, ਜਾਤੀ, ਜਨਮ ਸਥਾਨ, ਲਿੰਗ, ਨਸਲ ਦੇ ਆਧਾਰ ਤੇ। ਮੈਂ ਤੁਹਾਨੂੰ ਕਿਹਾ ਸੀ ਤੁਸੀਂ ਖੁਦ ਹਰਿਆਣੇ ਦਾ ਕੋਈ ਵੀ ਪੇਪਰ ਭਰ ਸਕਦੇ ਹੋ, ਤੁਸੀਂ ਹਿਮਾਚਲ ਦਾ ਕੋਈ ਪੇਪਰ ਭਰ ਸਕਦੇ ਹੋ, ਤੁਸੀਂ ਮੱਧ ਪ੍ਰਦੇਸ਼ ਦਾ ਕੋਈ ਪੇਪਰ ਭਰ ਸਕਦੇ ਹੋ। ਹਾਂ ਉੱਥੋਂ ਦਾ ਉੱਥੋਂ ਦੀ ਜਿਹੜੀ ਸਟੇਟ ਹੈ ਉਹ ਕੁਛ ਕੰਡੀਸ਼ਨਾਂ ਜ਼ਰੂਰ ਲਾ ਸਕਦੀ ਹੈ ਵੀ ਤੁਸੀਂ 10ਵੀਂ 'ਚ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ, 10ਵੀਂ 'ਚ ਹਿੰਦੀ ਪੜ੍ਹੀ ਹੋਣੀ ਚਾਹੀਦੀ ਹੈ, 10ਵੀਂ 'ਚ ਡੋਗਰੀ ਪੜ੍ਹੀ ਹੋਣੀ ਚਾਹੀਦੀ ਹੈ, 10ਵੀਂ 'ਚ ਸੰਸਕ੍ਰਿਤ ਪੜ੍ਹੀ ਹੋਣੀ ਚਾਹੀਦੀ ਹੈ। ਇਹੋ ਜਿਹੀਆਂ ਕੰਡੀਸ਼ਨਾਂ ਲਾ ਸਕਦੇ ਨੇ, ਹੋਰ ਕੋਈ ਕੰਡੀਸ਼ਨ ਨਹੀਂ ਲਾ ਸਕਦੇ ਇਹਨਾਂ ਚੀਜ਼ਾਂ ਦੇ ਆਧਾਰ 'ਤੇ। ਪਰ ਮੈਂ ਤੁਹਾਨੂੰ ਕਿਹਾ ਸੀ ਫਿਰ ਵੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੇ ਸੰਸਦ ਨਾਲ ਗੱਲਬਾਤ ਕਰਕੇ ਸੰਸਦ ਦੇ ਵਿੱਚ ਜਾ ਕੇ ਸਪੈਸ਼ਲ ਇੱਕ ਕਾਨੂੰਨ ਬਣਵਾਇਆ ਹੋਇਆ ਵੀ ਸਾਡੇ ਇੱਥੇ ਜਿਹੜੀਆਂ ਨੌਕਰੀਆਂ ਹੋਣਗੀਆਂ, ਕੁਝ ਕੁ ਨੌਕਰੀਆਂ ਸਿਰਫ ਗਰੁੱਪ ਡੀ ਦੀਆਂ, ਪੀਐਨ ਵਗੈਰਾ ਦੀਆਂ ਨੌਕਰੀਆਂ ਅਸੀਂ ਆਪਣੇ ਲੋਕਾਂ ਨੂੰ ਹੀ ਦੇਣਾ ਚਾਹੁੰਦੇ ਹਾਂ। ਇਸ ਕਰਕੇ ਇੱਕ ਕਾਨੂੰਨ ਬਣਾ ਦਿਓ। ਸੰਸਦ ਨੇ ਇੱਕ ਕਾਨੂੰਨ ਬਣਾ ਦਿੱਤਾ ਪਬਲਿਕ ਇੰਪਲੋਇਮੈਂਟ ਐਕਟ 1957 ਦਾ, ਜਿਹੜਾ ਪਹਿਲਾਂ ਆਂਧਰਾ ਪ੍ਰਦੇਸ਼ ਤੇ ਅਤੇ ਹੁਣ ਤੇਲੰਗਾਨਾ ਤੇ ਵੀ ਲਾਗੂ ਹੁੰਦਾ। ਠੀਕ ਹੈ, ਇੱਥੇ ਦੀਆਂ ਜਿਹੜੇ ਗਰੁੱਪ ਡੀ ਦੀਆਂ ਪੋਸਟਾਂ ਨੇ ਨਾ, ਗਰੁੱਪ ਡੀ ਮਤਲਬ ਸਭ ਤੋਂ ਨੀਚੇ ਦੀਆਂ ਪੋਸਟਾਂ ਜਿਹੜੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਉਹ ਕੌਣ ਲੈ ਸਕਦੇ ਨੌਕਰੀਆਂ? ਜਿਹੜੇ ਸਿਰਫ ਉੱਥੋਂ ਦੇ ਹੀ ਲੋਕ ਨੇ। ਜੇ ਆਪਾਂ ਚਾਹੀਏ ਤਾਂ ਪੰਜਾਬ 'ਚ ਵੀ ਇੱਦਾਂ ਕਰ ਸਕਦੇ ਹਾਂ, ਪਰ ਸੰਸਦ 'ਚ ਇੱਕ ਕਾਨੂੰਨ ਪਾਸ ਕਰਾਉਣਾ ਪਊਗਾ। ਵੈਸੇ ਮੈਨੂੰ ਲੱਗਦਾ ਨਹੀਂ ਪੰਜਾਬ 'ਚ ਕਰਨ ਦੀ ਲੋੜ ਹੈਗੀ ਹੈ, ਚੱਲੀ ਜਾਣ ਦਿਓ। ਬਾਕੀ ਭਾਈ ਜੇ ਲੱਗਦਾ ਤਾਂ ਕਰਾ ਦਿਓ। ਠੀਕ ਹੈ, ਬਾਕੀ SC ST ਵਾਸਤੇ ਰਿਜ਼ਰਵੇਸ਼ਨ ਤਾਂ ਬਣਾਈ ਜਾ ਸਕਦੀ ਹੈ, ਹੁੰਦੀ ਵੀ ਹੈ। ਠੀਕ ਹੈ ਕਿ ਨਹੀਂ? ਸੋ ਦਿਸ ਇਜ਼ ਵਾਟ ਯੂਜ਼ ਟੂ ਹੈਪਨ। ਹੁਣ ਕੋਈ ਡਾਊਟ ਹੈ ਤਾਂ ਪੁੱਛ ਲਓ ਮੇਰੇ ਤੋਂ। ਸਰ ਇੱਕ ਸੀ ਆਰਟੀਕਲ 1920 ਰਾਈਟ ਅਗੇਂਸਟ ਟੈਪਿੰਗ ਦਾ ਕੀ ਮਤਲਬ ਸੀ? ਤੁਹਾਡਾ ਫੋਨ ਟੈਪ ਨਹੀਂ ਹੋ ਸਕਦਾ, ਸਰਕਾਰ ਜਾਂ ਕੋਈ ਅਥਾਰਟੀ ਤੁਹਾਡਾ ਫੋਨ ਟੈਪ ਨਹੀਂ ਕਰ ਸਕਦੀ, ਪਰ ਫਿਰ ਵੀ ਹੁੰਦੇ ਨੇ ਫੋਨ ਟੈਪ। ਜਿੱਥੇ ਦੇਸ਼ ਦੀ ਸਿਕਿਉਰਿਟੀ ਦਾ ਮਾਮਲਾ ਹੋਵੇ ਫਿਰ ਤਾਂ ਕੁਝ ਵੀ ਕੀਤਾ ਜਾ ਸਕਦਾ ਨਾ ਜੀ। ਠੀਕ ਹੈ ਨਾ, ਲੇਕਿਨ ਵੈਸੇ ਨਾਰਮਲ ਕੰਡੀਸ਼ਨਸ ਦੇ ਵਿੱਚ ਕਿਸੇ ਦਾ ਫੋਨ ਕੋਈ ਹੋਰ ਇਨਸਾਨ ਟੈਪ ਨਹੀਂ ਕਰ ਸਕਦਾ, ਸਰਕਾਰ ਵੀ ਨਹੀਂ ਕਰ ਸਕਦੀ। ਇੱਦਾਂ ਫਿਰ ਤੁਹਾਡੀ ਪ੍ਰਾਈਵੇਸੀ ਖਤਮ ਹੋ ਜੂਗੀ। ਆਰਟੀਕਲ ਜਿਹੜਾ 19 ਸੀਗਾ ਉਹ ਸਾਨੂੰ ਪ੍ਰਾਈਵੇਸੀ ਦੀ ਗੱਲ ਕਰਦਾ ਸੀ ਕਿ ਨਹੀਂ ਕਰਦਾ ਸੀ? ਕਰਦਾ ਸੀ। ਉਹਦੀ ਕਾਫੀ ਲੰਬੀ ਐਕਸਪਲੇਨੇਸ਼ਨ ਪੜ੍ਹੀ ਸੀ ਨਾ ਆਪਾਂ ਨੇ। ਦੇਖੋ ਆਹ ਚੀਜ਼ਾਂ ਸੀਗੀਆਂ ਹੈ ਨਾ, ਤੇ ਸਾਇਲੈਂਸ ਰਹਿਣ ਦੀ ਵੀ ਅਧਿਕਾਰ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਡੀ ਪੁਆਇੰਟ ਤੁਸੀਂ ਕਹਿ ਰਹੇ ਹੋ ਵੀ ਟੈਪਿੰਗ ਤੋਂ ਵੀ ਸਾਨੂੰ ਬਚਾਉਂਦਾ। ਤਾਂ ਆਰਟੀਕਲ 19 ਜਿਹੜਾ ਹੈਗਾ ਉਹ ਗੱਲ ਕਰਦਾ ਸੀ ਰਾਈਟ ਟੂ ਫਰੀਡਮ ਦੀ। 6 ਤਰ੍ਹਾਂ ਦੀ ਫਰੀਡਮ ਦਿੰਦਾ ਸੀ, ਮੇਰੇ ਖਿਆਲ ਨਾਲ ਕਲੀਅਰ ਹੋ ਗਿਆ ਹੋਣੀਆਂ। ਆਹ 6 ਤਰ੍ਹਾਂ ਦੀਆਂ ਕਿਹੜੀਆਂ ਨੇ? 6 ਤਰ੍ਹਾਂ ਦੀਆਂ। ਇੱਕ ਤਾਂ ਆਪਣੇ ਸਪੀਚ ਐਂਡ ਐਕਸਪ੍ਰੈਸ਼ਨ, ਉਸ ਤੋਂ ਬਾਅਦ ਅਸੈਂਬਲੀ, ਉਸ ਤੋਂ ਬਾਅਦ ਐਸੋਸੀਏਸ਼ਨ, ਫਰੀਲੀ ਮੂਵ ਇਨ ਦਾ ਕੰਟਰੀ, ਗੋ ਟੂ ਐਨੀ ਪਾਰਟ ਆਫ ਦਾ ਕੰਟਰੀ, ਉੱਥੇ ਜਾ ਕੇ ਘਰ ਬਣਾਓ, ਕੋਈ ਮਰਜ਼ੀ ਕੰਮ ਕਰੋ। ठीक है जी, मैं तो कहा सी देश च घूमो जिथे मर्जी। कि घूमन पर पाबंदी लाई जा सकती है? अंजलि क्या घूमने के ऊपर पाबंदी लगाई जा सकती है? बताओ पहले तो आप। नहीं लगाई जा सकती? लगाई जा सकती है। यस, इन सर्टेन केसेस, जैसे लाइक इन असम जहाँ पे STs रहते हैं कहीं भी। अंडेमान निकोबार के असीं गए जी घूमन के लिए, उत्थे कुछ आइलैंड ने कहते तुसीं इत्थे नहीं जा सकते जी। उत्थे अमेरिका का एक बंदा आ गया, पिछले साल की गल है, अमेरिका का एक बंदा आ गया। उत्थे कुछ आइलैंड ने, सेंटिनलीज आइलैंड है, उत्थे जाण ते पाबंदी है। उत्थे जिहड़े आदिवासी लोग ने, मैं तुहानूं दस्सिया सी भी आदिवासियों दे कोल जाना उन्हां दे लई खतरनाक साबित हो सकदा क्योंकि साडियां बीमारियां फैल सकदियां उन्हां नूं। सानूं तां हरेक बीमारी दी वैक्सीनेशन टीकाकरण होया होया साडा, जम्मदे जवाक दा हो जांदा कि नहीं जी, लेकिन उन्हां दे नहीं ना हुंदा तां मर जाणगे बेचारे, कॉमन फ्लू दे नाल मर जाणगे। तो फिर वो बंदा अमेरिका का रिश्वत दे के किसी शिप वाले नूं चला गया, 25,000 रुपये दे के चला गया। उत्थे क्यों गया? कहता जी मैं अपने धर्म का प्रचार करना है, क्रिश्चैनिटी फैलाना आया, मैं अपने अपने सोच है सारिਆਂ ਦੀ। वो चला गया उत्थे क्रिश्चैनिटी फैलानी सी। ਉਹਨੂੰ ਕਿਹਾ ਉਹਨੇ शिप वाले ਨੂੰ, ਕਹਿੰਦਾ ਕੱਲ ਨੂੰ आ जी मैनू लैन भी मैं क्रिश्चैनिटी फैला दूंगा पूरी रात च। ਹੁਣ पता नहीं की ਇਹੋ ਜਿਹਾ फैलाना सी ਉਹਨੇ। अगले दिन ਉਹ गए ਇੱਦਾਂ ਦੋ ਨਾ ਵੱਡੇ ਵੱਡੇ ਉਹਨੇ ਹੁੰਦੇ ਭਾਲੇ ਜੇ ਨਹੀਂ ਹੁੰਦੇ ਭਾਲੇ, ਉਹਨਾਂ ਦੇ ਵਿੱਚ ਉਹਨੂੰ ਫਸਾ ਕੇ ਤਾਂ ਗੱਡਿਆ ਪਿਆ ਬੀਚ ਤੇ ਆਦੀਵਾਸੀਆਂ ਨੇ, ਕਹਿੰਦੇ ਫੈਲਾ क्रिश्चैनिटी तू। ਤਾਂ ਕੀ ਵਧੀਆ ਰਹਿ ਗਿਆ ਉਹ। ਫਿਰ ਉਹ ਤੋਂ ਬਾਅਦ ਜਦੋਂ ਪੁਲਿਸ ਨੂੰ ਪਤਾ ਲੱਗਿਆ, ਇੱਦੋਂ पुलिस भी नहीं जाती उत्थे, ना आर्मी जाती, कोई नहीं जाता उत्थे, सरकार भी नहीं जाती, सिर्फ उपर ड्रोन के राही वो देख लेंगे भी की चल रहा उत्थे। ठीक है, वो देखा वो तो गड्ढे पाया उत्थे बीच के उपर इदा ही भालियां च इदा तीर तीर पे से छाती च वजे हुए, जिवें फिल्मां च नहीं देखते आप, इदां दा सीन सी।
ਫਿਰ ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਨੇ ਮਛੁਆਰਿਆਂ ਨੂੰ ਫੜ ਕੇ ਜੇਲ੍ਹ 'ਚ ਪਾਇਆ, ਕਹਿੰਦੇ ਤੈਨੂੰ ਲੈ ਕੇ ਕਿਵੇਂ ਗਿਆ ਉਹਨੂੰ ਉੱਥੇ, ਅਸੀਂ ਪਾਬੰਦੀ ਲਾਈ ਹੋਈ ਹੈ। ਉਹ ਤੋਂ ਇਲਾਵਾ ਹੋਰ ਕਿਸੇ ਇਨਸਾਨ ਦੀ ਪਾਬੰਦੀ ਲਾ ਸਕਦੇ ਆਪਾਂ ਘੁੰਮਣ ਫਿਰਨ ਤੋਂ? In some cases like prostitutes or the people who have AIDS, they can be prohibited, ਕਿਸੇ ਜਗ੍ਹਾ ਤੇ ਜਾਣ ਤੋਂ ਰੋਕ ਸਕਦੇ ਆ ਨਾ, ਬਸ ਇਹ ਐਕਸੈਪਸ਼ਨ ਸੀਗੀਆਂ। ਹੁਣ ਇਹਦਾ ਕੋਈ ਆਰਟੀਕਲ ਨਹੀਂ ਹੈਗਾ, ਵੈਸੇ ਲਿਖਿਆ ਹੈ ਸੰਵਿਧਾਨ ਜੀ ਉੱਪਰ ਰੋਕ ਸਕਦੇ ਹਾਂ। ਆਰਟੀਕਲ 19 ਸਾਨੂੰ ਦੇਸ਼ ਦੇ ਕਿਸੇ ਵੀ ਹਿੱਸੇ 'ਚ ਘੁੰਮਣ ਦੀ ਇਜਾਜ਼ਤ ਦਿੰਦਾ। ਅੱਛਾ, ਜੇ ਅਸੀਂ ਦੇਸ਼ ਤੋਂ ਬਾਹਰ ਜਾਣਾ ਹੋਵੇ ਉਹਦੀ ਇਜਾਜ਼ਤ ਸਾਨੂੰ ਕਿਹੜਾ ਆਰਟੀਕਲ ਦਿੰਦਾ? ਸਾਨੂੰ ਸਾਡੇ ਦੇਸ਼ ਚੋਂ ਬਾਹਰ ਜਾਣ ਦੀ ਇਜਾਜ਼ਤ ਕਿਹੜਾ ਆर्टिकल ਦਿੰਦਾ? ऐसा कोई आर्टिकल नहीं है। नहीं आर्टिकल है, बताइए मुझे। सिटीजनशिप नहीं, मौलिक अधिकार, फंडामेंटल राइट्स पढ़ रहे हैं हम, दसो भाई, नहीं पढ़ते? आर्टिकल नंबर 21 याद करो। मैं थोड़ा कहा सी बहुत डिटेल च है, शायद थोड़ा ना विजिबल होया होवे उस टाइम। यस, बाहर घूमना, देश से बाहर जाना आपकी पर्सनल लिबर्टी है, आप जा सकते हो। इसमें देखो कहाँ लिखा हुआ है, मिलेगा तो कुछ स्टार्टिंग तो पढ़ो ऊपरों। लीगल एड, हैंडकफिंग 14 क्लियर है जी। सो छोटी छोटी गल्लां ने, ध्यान दें जो गल्लां ने। उदा तो आप फंडामेंटल राइट्स 5 मिनट में बैठ सकते हैं, ठीक है नहीं? पर थोड़ी डिटेल पढ़ लो, वधिया मौका मिल रहा है, आगे जाके तुसीं भी पढ़ाउणा है। दैट्स वाई मैं तुहानूं वधिया तरीके नाल पढ़ा रहा। हाँ वो मैं मानदा, वो तुसीं मेरे तो अलग तो लै लो, या तुसीं थोड़ा जिहा आप भी वो करो। तुसीं की करो, गूगल ते जाओ, उत्थे लिखो मेनका केस एक्सप्लेनेशन ऑफ आर्टिकल 21। थोड़ा खेचल थोड़ी जी खुद भी कराया करो, कंफर्टेबल जोन च ना रहा करो। उदा जे आपां कोई ड्रैस देखनी होवे, कोई डिजाइनर सूट देखना होवे, मिंट लाने आपां, नाल दी नाल दिख जांदा आपां नूं। ये चीज़ नहीं आपां सर दी गलती है भी सर ने छोटे छोटे फॉन्ट पाते। ओ भाई आप भी तो कराया करो कुछ यार, मैनूं कोई दिक्कत नहीं, मैं दे दूंगा, मेरा किहड़ा कुछ मुੱਲ लगदा, ठीक है। आर्टिकल 21 च पढ़ियो सारा जाके भी थोनों संविधान द्वारा की चीज़ां मिलियां हुई ने। मैं थोनों कहा सी ईवन ये चीज़ भी मिली हुई है कि रात को कोई डीजे ला के थोड़ी नींद नहीं खराब कर सकता, याद है? अच्छा एनवायरनमेंट आपको एक अधिकार मिला, मौलिक अधिकार के रूप में मिला हुआ है। अच्छा एनवायरनमेंट होना चाहिए हमारा, है कि नहीं है? सेकंड पॉइंट, शेल्टर, प्राइवेसी, हेल्थ, राइट टू प्राइवेसी। आर्टिकल देखा जाए तो 19 भी आता, आर्टिकल 21 भी आ रहा है, वो भी आप फोन टैपिंग तो बचाता, सानू भी तो प्राइवेसी है। चलो आर्टिकल 21 ए क्लीयर हो गया सी। आर्टिकल 22 क्लीयर हो गया सी। बई जदों तुसी सपोज करो थोनों धक्के नाल कोई बंदी नहीं बना सकता, पहली गल तो जे बना लिया तो 24 घंटे के अंदर अंदर थोनों रिहा करना पऊगा। नोबडी कैन डिटेन यू मोर दैन 24 आवर्स। इत्थे पुलिस स्टेशन च ना एक बार एक बंदा फड़ के लै गए, साढ़े इत्थे कुछ लोग काम करते होंगे ना, बंदा फड़ के लै गए पुलिस स्टेशन च, कुछ किया होना माड़ा मोटा, नहीं किया पता नहीं क्यों लै गए, उन्होंने बिठा लिया उत्थे, वो तो सवाल जवाब करते सी, उन्होंने टॉर्चर करते सी या नहीं करते सी, चलो रात को छड्ड दिंदे सी उन्हें, बजा अगले दिन फिर फड़ लैंदे सी, क्योंकि 24 घंटे तो ज़्यादा तुसीं किसी नूं पुलिस स्टेशन च नहीं रख सकते। एक बार एक बंदा ना तंग कर रहा सी साडे उत्थे मुहल्ले च आके, दा ना पी पा के ना तंग कर रहा सी, असीं फड़ फड़ के थाने लै गए। पुलिस स्टेशन वाले कहते यार तुसीं काहदे वास्ते ले इहनूं, इहनूं कुट कट के इदां ही सैट कर देना सी। असीं कहा नहीं सर भी असीं किदां कुट सकदे, असीं साडे कोल थोड़ी है। तां कहंदे नहीं, असीं कहा भी रात नूं इहनूं अपने कोल रख लो, कहंदे ना जी असीं रखदे रात नूं, या तां परचा कराओ फिर इहते, आ जाओ अंदर आके FIR कराओ, परचा कराओ। कहते यार हुणे उतर जानी 2 घंटे में, क्या टेंशन लैंदे हो, नाले आप टेंशन पाओगे अपने गल च, नाले साडे पाओगे, नाले इहदे पाओगे। कहते 24 घंटे तो बाद असीं रख नहीं सकते, सानूं नाल दी नाल इहनूं किसी मजिस्ट्रेट दे अगे पेश करना पऊगा। हैबस कॉर्पस दी एक रिट हुंदी है, हैबस कॉर्पस एक रिट हुंदी है जिहड़ी सानूं बचाउंदी है, पर्सनल लिबर्टी दिंदी है, वो सानूं 24 घंटे तो बाद कोई डिटेन नहीं कर सकता, ठीक है। आर्टिकल 22 की कहंदा सी किसी व्यक्ति नूं बिना उहनूं दस्से तुसीं उहनूं डिटेन नहीं कर सकते, वारंट दिखाना पैंदा ना, हैंड्स अप मेरे को वारंट है, मैं वारंट लेके आया हूँ, है ना, फिर लै जाओ उन्होंने। अच्छा फिर मैजिस्ट्रेट तक पेश करना पऊगा, जो मैजिस्ट्रेट ने उन्होंने दोष साबित करता फिर तो ठीक है, नहीं तो फिर उन्होंने 24 घंटे के अंदर छड्डना पऊगा, ठीक है जी। तो बस यही गल है आर्टिकल नंबर 22 कहता। हुण एक कॉन्सैप्ट है साडे देश प्रिवेंशन डिटेंशन, मैं तुहानूं नहीं पढ़ाया सी। 2 तरह की डिटेंशन हुंदी है। डिटेंशन का मतलब हुंदा कैदी, बंदी बनाना। बंदी 2 तरीके नाल बनाया जा सकता है, या तो तुसीं कोई जुर्म कीता, हुण कहंदे ने प्यूनिटिव डिटेंशन, जुर्म करन तो बाद सज़ा देनी, कैद करना, प्यूनिटिव की। एक हुंदा प्रिवेंशन डिटेंशन, जिहड़ा सामने लिखा थोड़े। प्यूनिटिव डिटेंशन तो जिहड़ा केस बनता होगा, जिन्ने टाइम की सज़ा होगी तुहानूं दे दी जाऊगी। कोई बंदा मर्डर करके भज गया, उसके खिलाफ पुख्ता सबूत मिल गया पुलिस नूं, फिर तो जज अगे पेश करने की भी लोड़ नहीं,
ਵੈਸੇ ਲਿਖਾ ਕੇ ਤਾਂ ਲੈ ਜਾਂਦੇ ਨੇ ਜੱਜ ਤੋਂ ਵੀ, ਮੈਜਿਸਟ੍ਰੇਟ ਤੋਂ, ਪਰ ਉਹ ਕਈ ਵਾਰੀ ਤਾਂ ਸ਼ੂਟ ਐਟ ਸਾਈਡ ਦਾ ਆਰਡਰ ਮਿਲ ਜਾਂਦੇ ਨੇ। ਬੰਦਾ ਇਹੋ ਜਿਹਾ ਹੈਗਾ, ਇਹਨੇ ਇਹੋ ਜਿਹੇ ਕ੍ਰਾਈਮ ਕੀਤੇ ਨੇ ਜਾਂ ਘਾਤਕ ਹੋ ਸਕਦਾ ਸੁਸਾਇਟੀ ਵਾਸਤੇ। ਮੰਨ ਲਓ ਪੁਲਿਸ ਵਾਲੇ ਦੇ ਅੱਗੇ ਕੋਈ ਬੰਦਾ ਆ ਗਿਆ, ਉਹਦੇ ਹੱਥ 'ਚ ਰਿਵੋਲਵਰ ਹੈ, ਪਿਸਟਲ ਹੈ, ਕੁਝ ਵੀ ਹੈ, ਉਹ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਜਿਵੇਂ ਮਾਰਨ ਲੱਗਿਆ ਪੁਲਿਸ ਵਾਲੇ ਨੇ ਗੋਲੀ ਚਲਾਤੀ, ਉਹਨੂੰ ਮਾਰਤਾ। ਉਹ ਤਾਂ ਐਟ ਦਾ ਟਾਈਮ ਆਫ ਸਿਚੁਏਸ਼ਨ ਸੀਨ ਆਫ ਕ੍ਰਾਈਮ ਦੇਖਣਾ ਪਊਗਾ ਨਾ, ਉਹ ਤਾਂ ਬਾਅਦ 'ਚ ਗਵਾਹੀ ਦੇਊਗਾ, ਗੱਲ ਖਤਮ ਹੋ ਗਈ। ਪਰ ਉੱਦਾਂ ਅਸੀਂ ਜੇ ਕਿਸੇ ਨੇ ਕ੍ਰਾਈਮ ਨਹੀਂ ਵੀ ਕੀਤਾ ਤਾਂ ਵੀ ਉਹਨੂੰ ਅਸੀਂ ਬੰਦੀ ਬਣਾ ਸਕਦੇ ਹਾਂ ਅੰਡਰ ਦਿਸ ਲਾਅ, ਪ੍ਰੀਵੈਂਸ਼ਨ ਡਿਟੈਂਸ਼ਨ ਲਾਅ। ਸੋ ਮੈਨੀ ਲਾਜ਼ ਹੈਵ ਬੀਨ ਐਨੈਕਟਡ ਸੋ ਫਾਰ। ਹੁਣ ਤੱਕ ਬੜੇ ਸਾਰੇ ਕਾਨੂੰਨ ਬਣਾਏ ਜਾ ਚੁੱਕੇ ਨੇ ਪ੍ਰੀਵੈਂਸ਼ਨ ਡਿਟੈਂਸ਼ਨ ਦੇ, ਰਾਜ ਸਰਕਾਰਾਂ ਦੁਆਰਾ ਅਤੇ ਕੇਂਦਰ ਸਰਕਾਰ ਦੁਆਰਾ। ਵੈਸੇ ਜਿਹੜਾ ਪੁਲਿਸ ਹੈ, ਪੁਲਿਸ ਜਿਹੜਾ ਹੈਗਾ ਉਹ ਇੱਕ ਸਟੇਟ ਸਬਜੈਕਟ ਹੈ, ਰਾਜ ਸਰਕਾਰ ਦੇ ਅਧੀਨ ਆਉਂਦਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਹਾਂਜੀ, ਜਿਵੇਂ ਦਿੱਲੀ ਦੇ ਵਿੱਚ, ਪਰ ਇਦਾਂ ਨਹੀਂ ਹੈਗਾ। ਦਿੱਲੀ ਦੇ ਵਿੱਚ ਪੁਲਿਸ ਸਟੇਟ ਦੇ ਅੰਡਰ ਨਹੀਂ ਹੈਗੀ, ਸੈਂਟਰ ਦੇ ਅੰਡਰ ਹੈ। ਉਹ ਕੁਝ ਕਾਰਨ ਨੇ, ਕਿਉਂਕਿ ਸਾਡੀ ਕੈਪੀਟਲ ਹੈ, ਇਸ ਕਰਕੇ ਕੇਂਦਰ ਨੇ ਆਪਣੇ ਅੰਡਰ ਰੱਖੀ ਹੋਈ ਹੈ। ਪਰ ਫਿਲਹਾਲ ਗੱਲ ਇਹ ਹੈ, ਇਹ ਇਹੋ ਜਿਹਾ ਲਾਅ ਹੈ ਜਿਹਦੇ ਤਹਿਤ ਤੁਸੀਂ ਕਿਸੇ ਨੇ ਹਜੇ ਕ੍ਰਾਈਮ ਨਹੀਂ ਵੀ ਕੀਤਾ ਨਾ, ਤਾਂ ਵੀ ਚੱਕ ਕੇ ਉਹਨੂੰ ਜੇਲ੍ਹ 'ਚ ਪਾ ਦਿਓ। ਜੰਮੂ ਕਸ਼ਮੀਰ ਦੇ ਲੋਕ ਨਹੀਂ ਹੁੰਦੇ ਵਿਚਾਰੇ, ਇਸੇ ਗੱਲ ਕਰਕੇ ਰੋਂਦੇ ਆ। ਅੱਛਾ, ਇਹ ਕਿਸੇ ਹੋਰ ਦੇਸ਼ 'ਚ ਨਹੀਂ ਹੈਗਾ ਇਹ ਕਾਨੂੰਨ, ਸਾਡੇ ਦੇਸ਼ 'ਚ ਹੀ ਹੈ। ਪਹਿਲਾਂ ਬ੍ਰਿਟੇਨ ਦੇ ਟਾਈਮ 'ਤੇ ਇਹ ਆਇਆ ਸੀ, ਜਦੋਂ ਸਾਡੀ ਬ੍ਰਿਟਿਸ਼ ਸਰਕਾਰ ਹੁੰਦੀ ਸੀ। ਉਹ ਤੋਂ ਬਾਅਦ ਬ੍ਰਿਟਿਸ਼ ਸਰਕਾਰ ਚਲੀ ਗਈ, ਉਹਨਾਂ ਨੇ ਆਪਣੇ ਉੱਥੇ ਜਾ ਕੇ ਖਤਮ ਕਰਤਾ, ਪਰ ਇੱਥੇ ਸਾਡੇ ਹਜੇ ਵੀ ਸਗੋਂ ਇਹਨੂੰ ਸਟਰੋਂਗ ਬਣਾਤਾ। ਠੀਕ ਹੈ, ਤਾਂ ਇਹਦੇ ਤਹਿਤ ਕਿਸੇ ਵੀ ਇਨਸਾਨ ਨੂੰ 3 ਮਹੀਨੇ ਤੱਕ ਦੀ ਕੈਦ ਦੇ ਵਿੱਚ ਰੱਖਿਆ ਜਾ ਸਕਦਾ ਇਸ ਕੇਸ ਦੇ ਵਿੱਚ, ਹੈ ਨਾ। ਪਰ ਜੇ 3 ਮਹੀਨੇ ਤੋਂ ਜ਼ਿਆਦਾ ਵਧਾਉਣੀ ਉਹਦੀ ਸਜ਼ਾ, ਤਾਂ ਫਿਰ ਇੱਕ ਕਮੇਟੀ ਬਣਾਉਣੀ ਪਊਗੀ 3 ਮੈਂਬਰੀ, ਜਿਸ 'ਚ ਇੱਕ ਹਾਈ ਕੋਰਟ ਦਾ ਜੱਜ ਹੋਣਾ ਜ਼ਰੂਰੀ ਹੈ। ਠੀਕ ਹੈ, ਪੜ੍ਹਨੀ ਹੋਈ ਗੱਲ ਲਿਖੀ ਹੋਈ ਇੱਥੇ। 44ਵਾਂ ਸੰਸ਼ੋਧਨ ਨਹੀਂ ਹੋਇਆ ਸੀ, 44th ਅਮੈਂਡਮੈਂਟ। ਚੰਗੀ ਸੀ ਕਿ ਮਾੜੀ ਸੀ? ਚੰਗੀ ਸੀ। ਸਾਡੇ ਸੰਵਿਧਾਨ ਨੂੰ ਰੀਸਟੋਰ ਕਰਨ ਦੇ ਲਈ ਆਈ ਸੀ, ਕਿਉਂਕਿ 42ਵੇਂ ਸੰਸ਼ੋਧਨ ਨੇ ਸਾਡੇ ਸੰਵਿਧਾਨ ਨੂੰ ਤੋੜਤਾ ਸੀ, ਬਿਲਕੁਲ ਹੀ ਮਰੋੜਤਾ ਸੀ। ਇਹਨੇ ਉਹਨੂੰ ਸਿੱਧਾ ਕਰਤਾ ਦੁਬਾਰਾ। ਹੁਣ ਉਹਦੇ 'ਤੇ ਮੈਂ ਜਾਊਂਗਾ ਨਹੀਂ, ਕਿਉਂਕਿ ਬਹੁਤ ਸਾਰੀਆਂ ਅਮੈਂਡਮੈਂਟਸ ਨੇ, ਆਪਾਂ ਉਹਦੇ ਉੱਪਰ ਇੱਕ ਲੈਕਚਰ ਦੇ ਵੀ ਚੁੱਕੇ ਹਾਂ, ਕਿ ਦੇ ਵੀ ਦੇਵਾਂਗੇ ਜਿੰਨਾ ਰਹਿ ਗਿਆ। 44th ਅਮੈਂਡਮੈਂਟ ਨੇ ਕਿਹਾ ਸੀ 3 ਮਹੀਨੇ ਥਾਂ 'ਤੇ 2 ਮਹੀਨੇ ਕਰ ਦਿਓ। ਕਿੰਨਾ ਕਰ ਦਿਓ? 3 ਮਹੀਨੇ ਥਾਂ 'ਤੇ 2 ਮਹੀਨੇ ਕਰ ਦਿਓ। ਪਾਸ ਵੀ ਹੋ ਗਿਆ ਸੀ, ਪਰ ਹਜੇ ਸੈਂਟਰ ਨੇ ਕੀਤਾ ਨਹੀਂ, ਉਹਨੂੰ ਇਨਫੋਰਸਮੈਂਟ 'ਚ ਨਹੀਂ ਲੈ ਕੇ ਆਂਦਾ। ਕਹਿਣ ਦਾ ਮਤਲਬ ਕਿਸੇ ਵੀ ਇਨਸਾਨ ਨੂੰ ਸ਼ੱਕ ਦੇ ਬਿਨਾਂ ਤੇ 3 ਮਹੀਨੇ ਤੱਕ ਅਸੀਂ ਅੰਦਰ ਕਰ ਸਕਦੇ ਹਾਂ। ਉਹ ਤੋਂ ਜ਼ਿਆਦਾ ਵੀ ਕਰ ਸਕਦੇ ਹਾਂ ਜੇ ਹਾਈ ਕੋਰਟ ਦੇ ਜੱਜ ਨੇ ਕਹਿਤਾ ਵੀ ਹਾਂ ਕਰ ਦਿਓ। ਕਲੀਅਰ ਗੱਲ ਹੈ ਜੀ। ਪਰ ਉਹਨੂੰ ਪੂਰੀ ਓਪਰਚੁਨਿਟੀ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਆਪਣੀ ਗਵਾਹੀ ਦੇ ਸਕੇ, ਵਕੀਲ ਮਿਲੇ, ਜੋ ਕਿ ਮਿਲਦਾ ਨਹੀਂ ਹੈਗਾ ਜੀ। ਮੈਨੂੰ ਤਾਂ ਲੱਗਦਾ ਮਿਲਦਾ ਹੋਊਗਾ। ਠੀਕ ਹੈ ਕਿ ਨਹੀਂ? ਸੋ ਇਹੀ ਗੱਲ, ਹੁਣ ਤੱਕ ਆ ਕਾਨੂੰਨ ਆ ਚੁੱਕੇ ਨੇ। ਪ੍ਰੀਵੈਂਸ਼ਨ ਡਿਟੈਂਸ਼ਨ ਐਕਟ ਹੈਗਾ 1950 ਦਾ, ਇਹ 1969 'ਚ ਐਕਸਪਾਇਰ ਹੋ ਗਿਆ ਸੀ। ਉਹ ਤੋਂ ਬਾਅਦ ਦੇਖੋ ਮੀਸਾ ਐਕਟ ਹੈਗਾ, ਇਹ ਵੀ ਖਤਮ ਕੀਤਾ ਜਾ ਚੁੱਕਿਆ। ਉਹ ਤੋਂ ਬਾਅਦ ਆ ਦੇਖੋ ਕੰਜ਼ਰਵੇਸ਼ਨ ਆਫ ਫੋਰਨ ਐਕਸਚੇਂਜ, ਪ੍ਰੀਵੈਂਸ਼ਨ ਆਫ ਸਮਗਲਿੰਗ ਐਕਟ, ਨੈਸ਼ਨਲ ਸਿਕਿਉਰਿਟੀ ਐਕਟ, ਪ੍ਰੀਵੈਂਸ਼ਨ ਆਫ ਬਲੈਕਮੇਲਿੰਗ, ਬਲੈਕ ਮਾਰਕੀਟਿੰਗ, ਮੇਨਟੇਨੈਂਸ ਆਫ ਸਪਲਾਈ ਆਫ ਐਸੈਂਸ਼ੀਅਲ ਆਈਟਮਸ ਐਕਟ। ਇਹੋ ਜਿਹੇ ਐਕਟ ਹੈਗੇ ਨੇ, ਇਹਨਾਂ ਬਾਰੇ ਨਹੀਂ ਪੁੱਛਿਆ ਜਾਂਦਾ ਜਨਰਲੀ। ਤੁਹਾਨੂੰ ਪਤਾ ਸਾਡੇ ਦੇਸ਼ ਕਰਪਸ਼ਨ ਨੂੰ ਕਿਹੜਾ ਐਕਟ ਰੋਕਦਾ? ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1988। ਠੀਕ ਹੈ, ਵੈਸੇ ਦੱਸ ਰਿਹਾ ਜਨਰਲ ਨੌਲੇਜ ਵਾਸਤੇ। ਖਤਮ ਹੋ ਗਈ ਗੱਲ। ਅੱਜ ਅਸੀਂ ਪੜ੍ਹ ਰਹੇ ਹਾਂ ਜੀ ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਆਰਟੀਕਲ 23 ਤੋਂ 24 ਹੈਗਾ ਕਿ ਨਹੀਂ ਹੈਗਾ? ਦੇਖੋ ਆਰਟੀਕਲ 23 ਕੀ ਕਹਿੰਦਾ। ਕਹਿੰਦਾ ਜੀ ਹਰ ਕਿਸਮ ਦੀ ਬੰਦੂਆ ਮਜ਼ਦੂਰੀ, ਬੇਗਾਰ ਅਤੇ ਮਨੁੱਖਾਂ ਦੇ ਵਪਾਰ ਨੂੰ ਰੋਕਦਾ ਹੈ। ਮਤਲਬ ਇਹ ਪ੍ਰੋਹਿਬਿਟ ਕਰਦਾ ਹੈ ਟ੍ਰੈਫਿਕ ਇਨ ਹਿਊਮਨ ਬੀਇੰਗਸ, ਬੇਗਾਰ ਅਤੇ ਅਦਰ ਸਿਮਿਲਰ ਫਾਰਮ ਆਫ ਫੋਰਸ ਲੇਬਰ। ਤੁਸੀਂ ਕਿਸੇ ਨੂੰ, ਪਹਿਲੀ ਗੱਲ ਤਾਂ ਕਿਸੇ ਨੂੰ ਗੁਲਾਮ ਨਹੀਂ ਬਣਾ ਸਕਦੇ, ਕਿਸੇ ਨੂੰ ਤੁਸੀਂ ਬੰਦੂਆ ਮਜ਼ਦੂਰ ਨਹੀਂ ਬਣਾ ਸਕਦੇ, ਅਤੇ ਤੁਸੀਂ ਕਿਸੇ ਦਾ ਦੇਹ ਵਪਾਰ ਨਹੀਂ ਕਰ ਸਕਦੇ। ਕਹਿਣ ਦਾ ਮਤਲਬ ਹਿਊਮਨ ਟ੍ਰੈਫਿਕਿੰਗ, ਕਿਸੇ ਦੇ ਸਰੀਰ ਦਾ ਵਪਾਰ ਨਹੀਂ ਕੀਤਾ ਜਾ ਸਕਦਾ। ਠੀਕ ਹੈ ਜੀ, ਸਰੀਰ ਦੇ ਅੰਗ ਦਾ ਜਾਂ ਸਰੀਰ ਦਾ ਜੇ ਕੀਤਾ ਜਾਊਗਾ ਤਾਂ ਸਰਕਾਰ ਦੀ ਅਨੁਮਤੀ ਨਾਲ ਕਿਸੇ ਐਕਟ ਦੇ ਤਹਿਤ ਹੀ ਕੀਤਾ ਜਾਊਗਾ। ਉੱਦਾਂ ਤਾਂ ਡੋਨੇਸ਼ਨਸ ਹੁੰਦੀਆਂ ਨਾ, ਟਰਾਂਸਪਲਾਂਟੇਸ਼ਨਸ ਹੁੰਦੇ ਆ ਜਦੋਂ ਆਈ ਡੋਨੇਟ ਵਗੈਰਾ, ਉਹ ਤਾਂ ਕਾਨੂੰਨ ਦੇ ਹਿਸਾਬ ਨਾਲ ਹੋਊਗਾ। ਇਹ ਤਾਂ ਵੇਚ ਨਹੀਂ ਸਕਦੇ ਆਪਾਂ। ਦੈਟ ਇਜ਼ ਵਿਲ, ਹਾਂ ਬਿਲਕੁਲ। ਲੇਕਿਨ ਤੁਸੀਂ ਫੋਰਸਫੁਲੀ ਕਿਸੇ ਦਾ ਕਰ ਨਹੀਂ ਸਕਦੇ ਇੱਦਾਂ। ਠੀਕ ਹੈ ਜੀ। ਹੁਣ ਦੇਖੋ ਆਹ ਚੀਜ਼ਾਂ ਕੀ ਕੀ ਨੇ ਇਹਦੇ 'ਚ। ਇੱਕ ਤਾਂ ਤੁਸੀਂ ਆਦਮੀ, ਔਰਤ, ਬੱਚੇ, ਕਿਸੇ ਵੀ ਇਨਸਾਨ ਨੂੰ ਵੇਚ ਨਹੀਂ ਸਕਦੇ ਜਾਂ ਖਰੀਦ ਨਹੀਂ ਸਕਦੇ। ਉਸ ਤੋਂ ਬਾਅਦ ਤੁਸੀਂ ਕਿਸੇ ਤਰ੍ਹਾਂ ਨਾਲ ਕਿਸੇ ਵਮਨ ਦੇ ਮਤਲਬ ਕਿ ਬੋਡੀ ਦੇ ਨਾਲ ਉਹਦਾ ਇਮੋਰਲ ਟ੍ਰੈਫਿਕ ਨਹੀਂ ਕਰ ਸਕਦੇ। ਦੇਹ ਵਪਾਰ ਕਹਿ ਦੇਣਾ ਜਿਹਨੂੰ ਆਪਾਂ। ਵੈਸ਼ਵਾਵ੍ਰਿਤੀ ਦੇ ਉੱਪਰ ਰੋਕ ਲਾਉਂਦਾ ਇਹ ਆਰਟੀਕਲ ਜਿਹੜਾ 23 ਹੈ। ਅਤੇ ਦੇਵਦਾਸੀ ਪ੍ਰਥਾ, ਤੁਹਾਨੂੰ ਪਤਾ ਜਿਹੜੀ ਸਾਊਥ ਇੰਡੀਆ ਦੇ ਵਿੱਚ ਮੰਦਰਾਂ ਦੇ ਵਿੱਚ ਦੇਵਦਾਸੀ ਪ੍ਰਥਾ ਹਜੇ ਵੀ ਚੱਲਦੀ ਹੈ। ਗਰੀਬ ਲੋਕ ਜਿਹੜੇ ਹੁੰਦੇ ਨੇ ਨਾ, ਇੱਕ ਨਾ ਵਿਆਹ ਦੀਆਂ ਕਿਸਮਾਂ ਨੇ, ਏਂਸ਼ੀਅੰਟ ਹਿਸਟਰੀ 'ਚ ਪੜ੍ਹਾਂਗੇ। अर्श, देव, पैशाच, गंधर्व, ऐसे तकरीबन 7-8 विवाह की किस्में हैं जिनके बारे में हम पढ़ेंगे। मैं आपको सिर्फ देवा के बारे में बता रहा हूँ,
गरीब इंसान है, वहम पाता किसी ने भी पंडित को ले जा, तेरा काम नहीं हो रहा, काम हो जाऊगा। वो पंडित को ले गया, पंडित जी काम करो। पंडित ने कहा भी यज्ञ करना पड़ेगा जी। वो कहते कर दो जी, फिर फीस लगेगी। फीस तो मेरे पास है नहीं। वो कहता है एक ऑप्शन है, फीस नहीं है ना तेरे पास देने के लिए, तो अपनी बेटी मेरे को दे दे। दिस इज स्टिल, ये अभी भी होता है साउथ इंडिया में, कर्नाटका में बहुत होता है, जिसमें पंडित को वो फीस की बजाय अपनी बेटी दान कर देता था। ठीक है, वो उसको कैसे रखता था, एज अ देवदासी, उसके काम घर बार में काम कर देती थी। पहला तो सही तरीके ਨਾਲ ਬਣਦਾ ਹੋਣਾ, ਉਹ ਕਦੇ ਘਰੇ ਕੰਮ ਕਰ ਦਿੰਦੀ ਹੋਣੀ, ਜਿਵੇਂ ਆਪਾਂ ਕੰਮ ਵਾਲੇ ਨੂੰ ਤਾਂ ਪੈਸੇ ਦੇਣੇ ਹੀ ਆ, ਪਰ ਉਹ ਫਿਰ ਹੁਣ ਜਿਹੜਾ ਹੈਗਾ ਉਹ ਨੈਗੇਟਿਵ ਚੀਜ਼ ਬਣ ਗਈ। ਉਹ ਫਿਰ ਪ੍ਰੋਸਟੀਟਿਊਸ਼ਨ ਵੱਲ ਨੂੰ ਚਲਾ ਗਿਆ, ਉਹਨਾਂ ਦੀ ਐਕਸਪਲੋਇਟੇਸ਼ਨ ਹੋਣ ਲੱਗ ਗਈ। ਫਿਲਹਾਲ ਇਹ ਤਾਂ ਬੈਨ ਹੈ। ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਗੁਲਾਮੀ ਪ੍ਰਥਾ ਦੇ ਉੱਪਰ ਵੀ ਬੈਨ ਹੈ, ਤੁਸੀਂ ਗੁਲਾਮ ਨਹੀਂ ਬਣਾ ਸਕਦੇ ਕਿਸੇ ਨੂੰ। ਠੀਕ ਹੈ ਜੀ। ਸੋ ਇਹ ਸੀਗਾ ਸਾਡਾ ਆਰਟੀਕਲ ਨੰਬਰ 23, ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਯਾਨੀ ਇਹਨੂੰ ਕਹੀਏ ਆਪਾਂ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਆਰਟੀਕਲ 24 ਵੀ ਇਹਦੇ ਵਿੱਚ ਹੀ ਆਉਂਦਾ। ਆਰਟੀਕਲ ਅੱਛਾ, ਹੁਣ ਤੱਕ ਮੈਂ ਤੁਹਾਨੂੰ ਕਿਹਾ ਵੀ ਸ਼ੋਸ਼ਣ ਨਹੀਂ ਕੀਤਾ ਜਾ ਸਕਦਾ, ਤਾਂ ਉਹਦੇ ਨਾਲ ਸੰਬੰਧਿਤ ਕਾਫੀ ਸਾਰੇ ਕਾਨੂੰਨ ਸਾਡੇ ਦੇਸ਼ ਬਣ ਚੁੱਕੇ ਨੇ। ਜਿੱਦਾਂ ਸਭ ਤੋਂ ਪਹਿਲਾਂ 1956 ਦਾ ਐਕਟ ਹੈ, ਬੌਂਡਡ ਲੇਬਰ ਐਕਟ, ਮਿਨੀਮਮ ਏਜਿਸ ਐਕਟ, ਕੰਟਰੈਕਟ ਲੇਬਰ ਐਕਟ, ਇਕੁਅਲ ਰੈਮੂਨਰੇਸ਼ਨ ਐਕਟ। ਕਾਫੀ ਸਾਰੇ ਐਕਟ ਨੇ, ਇਹ ਤੁਹਾਡੇ ਸਾਹਮਣੇ ਨੇ। ਤੁਸੀਂ ਕਿਸੇ ਨੂੰ ਬੰਨ੍ਹ ਕੇ ਨਹੀਂ ਰੱਖ ਸਕਦੇ ਆਪਣੇ ਨਾਲ ਵੀ ਤੂੰ ਮੇਰਾ ਕੰਮ ਕਰ। ਨਾ ਹੀ ਕੋਈ ਦੇਹ ਵਪਾਰ ਕਰ ਸਕਦੇ ਹੋ, ਨਾ ਹੀ ਸਰੀਰ ਦਾ ਵਪਾਰ ਕਰ ਸਕਦੇ ਹੋ। ਪਰ ਐਕਸੈਪਸ਼ਨ ਤਾਂ ਇਸਮੇ ਵੀ ਹੈ ਜੀ। ਆਰਮੀ ਦੇ ਵਿੱਚ ਜਿਹੜੇ ਆਫਿਸਰ ਨੇ, ਉਹਨਾਂ ਨੂੰ ਆਰਮੀ ਬੰਨ੍ਹ ਕੇ ਰੱਖ ਸਕਦੇ ਵੀ ਹਜੇ ਨਹੀਂ ਜਾਣਾ ਤੂੰ ਘਰੇ। ਉੱਥੋਂ ਲੜਾਈ ਲੱਗੀ ਹੈ, ਉੱਥੋਂ ਤੂੰ ਛੁੱਟੀ ਮੰਗ ले भी मेरा तो जी हैप्पी बर्थडे है, बच्चे का बर्थडे है, सालगिरह है या क्या है। ऐसे थोड़ी चलेगा भैया, ज़रूरत है देश को तुम्हारी, तो ऐसे। या फिर कोई होर, मतलब आर्मी ਦੇ ਵਿੱਚ ਹੀ ਕੋਈ ਹੋਰ ਤਰ੍ਹਾਂ ਦੀ ਕੋਈ ਖਾਸ ਸਰਵਿਸ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਨੂੰ ਲੱਗਦੀ ਹੈ ਕਿ ਓਬਲੀਗੇਟਰੀ ਬਣਾਉਣ ਦੀ ਲੋੜ ਹੈ, ਤਾਂ ਬਣਾਉਣੀ ਪਊਗੀ। ਠੀਕ ਹੈ ਜੀ। ਅੱਛਾ, ਤੁਹਾਨੂੰ ਪਤਾ ਆਰਮੀ ਦੇ ਵਿੱਚ ਜਿਹੜੇ ਇੱਕ ਤਾਂ ਹੁੰਦੇ ਨੇ ਆਰਮੀ ਦੇ ਸੋਲਜਰਸ ਹੁੰਦੇ ਨੇ, ਆਫਿਸਰ ਹੁੰਦੇ ਨੇ, ਹੈ ਨਾ, ਪ੍ਰੋਪਰ ਜਿਹੜੇ ਯੂਨੀਫਾਰਮ ਦੇ ਵਿੱਚ ਆਰਮੀ ਹੁੰਦੇ ਨੇ, ਪਰ ਆਰਮੀ ਦੇ ਵਿੱਚ ਕਈ ਉਹ ਲੋਕ ਵੀ ਤਾਂ ਕੰਮ ਕਰਦੇ ਨੇ ਨਾ, ਜਿਹੜੇ ਕੁੱਕ ਹੋ ਗਏ, ਟੇਲਰ ਹੋ ਗਏ, ਡਾਕਟਰ ਹੋ ਗਏ, ਉਹਨਾਂ ਦੇ ਆਪਣੇ ਜਿਹੜੇ ਆਲਤੂ ਫਾਲਤੂ ਛੋਟੇ ਮੋਟੇ ਕੰਮ ਕਰਦੇ ਨੇ, ਇਹ ਉਹਨਾਂ 'ਤੇ ਵੀ ਲਾਗੂ ਹੁੰਦਾ। ਯੈਸ, ਕਿਉਂਕਿ ਉਹਨਾਂ ਦੀ ਵੀ ਜਿਹੜੀ ਹੈ ਦੇ ਆਲਸੋ ਕਮਸ ਇਨ ਦ ਕਨਸੈਪਟ ਆਫ ਸਿਕਿਉਰਿਟੀ ਨਾ, ਸਾਡੇ ਦੇਸ਼ ਦੀ ਸੁਰੱਖਿਆ ਦੇ ਨਾਲ ਡਾਇਰੈਕਟ ਲਿੰਕ ਹੈ ਉਹਨਾਂ ਦਾ। ਗੱਲ ਸਮਝ ਆਈ ਇਸ ਤਰੀਕੇ ਨਾਲ। ਠੀਕ ਹੈ ਜੀ। ਸੋ ਆਰਟੀਕਲ ਜਿਹੜਾ ਹੈਗਾ 23 ਸੀਗਾ ਕੰਪਲੀਟ। ਆਰਟੀਕਲ 24 ਕੀ ਕਹਿੰਦਾ? ਕਹਿੰਦਾ ਜੀ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੈਕਟਰੀ, ਖਾਣਾ ਕੀ ਹੁੰਦੀਆਂ ਨੇ, ਮਾਈਨਸ, ਜਿੱਥੋਂ ਕੋਲਾ ਵਗੈਰਾ ਨਿਕਲਦਾ ਹੈ, ਹੋਰ ਜੋਖਿਮ ਭਰੇ ਸਥਾਨਾਂ 'ਤੇ ਕੰਮ ਲੈਣ 'ਤੇ ਰੋਕ ਲਾਈ ਜਾਂਦੀ ਹੈ ਜੀ। ਕਹਿੰਦਾ ਜੀ ਸਾਡੇ ਦੇਸ਼ ਹੁਣ ਤੱਕ ਕਾਫੀ ਸਾਰੇ ਕਾਨੂੰਨ ਆ ਚੁੱਕੇ ਨੇ ਜਿਹਦੇ ਤਹਿਤ ਤੁਸੀਂ 14 ਸਾਲ ਤੋਂ ਘੱਟ ਬੱਚੇ ਨੂੰ ਕਿਸੇ ਖਤਰਨਾਕ ਜਗ੍ਹਾ 'ਤੇ ਇੰਪਲੋਏ ਨਹੀਂ ਕਰ ਸਕਦੇ। ਪਰ ਕੀ ਗੈਰ ਖਤਰਨਾਕ ਜਗ੍ਹਾ 'ਤੇ ਕਰ ਸਕਦੇ? ਜਿੱਥੇ ਖਤਰਾ ਨਾ ਹੋਵੇ ਉੱਥੇ ਕਰ ਸਕਦੇ ਹਾਂ ਜੀ। ਸਾਡਾ ਸੰਵਿਧਾਨ ਓਰੀਜਨਲੀ ਇਸ ਚੀਜ਼ 'ਤੇ ਕੋਈ ਰੋਕ ਨਹੀਂ ਲਾਉਂਦਾ ਸੀਗਾ। ਸੁਣ ਲਓ ਪਹਿਲਾਂ ਪੂਰੀ ਗੱਲ। ਠੀਕ ਹੈ ਵੀ ਜੇ ਕਿਸੇ ਨੇ ਆਪਣੇ ਘਰੇ ਕੋਈ ਬੱਚਾ ਰੱਖਿਆ ਹੋਇਆ, ਭਾਵੇਂ ਉਹ 14 ਸਾਲ ਤੋਂ ਘੱਟ ਵੀ ਹੈ, ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਉੱਥੇ ਉਹਦੀ ਕੇਅਰ ਕਰਨੀ ਜ਼ਰੂਰੀ ਹੈ। ਬਸ ਵੀ ਉਹਦੀ ਹੈਂਡਲਿੰਗ ਪ੍ਰੋਪਰ ਹੋਣੀ ਚਾਹੀਦੀ ਹੈ। ਇਹਦੇ ਲਈ ਵੱਖਰੇ ਕਾਨੂੰਨ ਹੁੰਦੇ ਨੇ, ਉਹਨਾਂ ਬਾਰੇ ਆਪਾਂ ਨਹੀਂ ਡਿਸਕਸ ਕਰ ਰਹੇ, ਆਪਾਂ ਸੰਵਿਧਾਨ ਪੜ੍ਹ ਰਹੇ ਹਾਂ। ਠੀਕ ਹੈ ਜੀ। ਅੱਛਾ, ਹੁਣ ਫੈਕਟਰੀਆਂ, ਮਾਈਨਸ, ਚਾਈਲਡਹੁੱਡ ਵਗੈਰਾ ਵਗੈਰਾ ਵਾਸਤੇ ਹੁਣ ਤੱਕ ਕਾਫੀ ਸਾਰੇ ਐਕਟ ਬਣ ਚੁੱਕੇ ਨੇ। ਪਹਿਲਾਂ ਇਹਦੀ ਜਿਹੜੀ ਫਾਈਨ ਹੁੰਦਾ ਸੀ 20,000 ਹੁੰਦਾ ਸੀ, ਪਰ ਰੀਸੈਂਟਲੀ ਸੰਨ 2016 ਦੇ ਵਿੱਚ ਇੱਕ ਨਾ ਲੇਬਰ ਅਮੈਂਡਮੈਂਟ ਹੋਈ ਹੈ ਜਿਹਨੇ ਕਹਿਤਾ ਵੀ ਤੁਸੀਂ ਹੁਣ ਬੱਚੇ ਨੂੰ ਕਿਸੇ ਵੀ ਕੰਮ 'ਚ ਨਹੀਂ ਰੱਖ ਸਕਦੇ। 14 ਸਾਲ ਤੋਂ ਘੱਟ ਬੱਚੇ ਨੂੰ ਤਾਂ वो तो देनी पड़ेगी। आप 14 साल से कम उम्र के बच्चे को किसी भी काम के लिए अपने घर पे, नौकरी पे नहीं रख सकते। सुन लो बात। पहला तो यह होता सी ना भी खतरनाक जगह ते नहीं रख सकते, हुण ये हो गया भी तुसीं किते नहीं रख सकते। ठीक है। आ जिहड़ियां खतरनाक जगहां ने इन्हां वास्ते उम्र हुण 18 साल करती, मतलब होर उहनूं स्ट्रिंजेंट बनाता। गल समझ आई? फिलहाल तुहानूं ये याद होना चाहिए भी साडे संविधान 'च की लिखिआ, ये ज़्यादा इंपॉर्टेंट है। अमेंडमेंट 2016 च हुई है, ये भी याद रखो। अच्छा, फाइन हुण कितना करता? पहला 20,000 होंदा सी, हुण 50,000 तक करता, और सज़ा हुण 3 साल तक करती है। वैसे इनिशियली सज़ा 1 साल की होंदी है, पर जो बंदा बार बार ये गल रिपीट करे, क्राइम रिपीट करे, किसी को कोई बच्चे को किसी को इंप्लॉयमेंट करे, तो फिर 3 साल तक की उन्होंने सज़ा हो सकती। सो ये सीगा जी आर्टिकल नंबर 24। आर्टिकल नंबर 23 तो 24 क्लीयर हो गया। आर्टिकल 23 तो कलैक्टिवली गल करता भी तुसीं किसी का शोषण नहीं कर सकते, किसी आदमी का, किसी औरत का, किसी बच्चे का, उसके शरीर के अंग नहीं बेच सकते,
ਕਿਸੇ ਨੂੰ ਬਧਵਾ ਮਜ਼ਦੂਰੀ ਨਹੀਂ ਕਰਾ ਸਕਦੇ, ਦੇਵਦਾਸੀ ਨਹੀਂ ਕਰ ਸਕਦੇ। ਆਰਟੀਕਲ 24 ਖਾਸ ਬੱਚਿਆਂ ਦੀ ਗੱਲ ਕਰਦਾ। ਬੱਚਿਆਂ ਵਾਸਤੇ ਸਾਡੇ ਸੰਵਿਧਾਨ 'ਚ ਵੀ ਕਾਫੀ ਪ੍ਰਾਵਧਾਨ ਬਣਾਏ ਗਏ ਨੇ। ਸਭ ਤੋਂ ਮਸ਼ਹੂਰ, ਸਭ ਤੋਂ ਫੇਮਸ ਕਿਹੜਾ? ਆਰਟੀਕਲ ਨੰਬਰ 21A, ਯੈਸ ਰਾਈਟ ਟੂ ਐਜੂਕੇਸ਼ਨ। ਇੱਕ ਆਰਟੀਕਲ ਨੰਬਰ 45 ਵੀ ਐਜੂਕੇਸ਼ਨ ਦੀ ਗੱਲ ਕਰਦਾ ਬੱਚਿਆਂ ਦੀ। ਮਤਲਬ ਅਪ ਟੂ ਏਜ ਆਫ 14 ਇਅਰਸ ਹਾਂ, ਉਹਦੇ ਵਿੱਚ ਵੀ ਕੁਝ ਚੇਂਜ ਕੀਤੇ ਗਏ ਸੀ, ਉਹ ਡਾਇਰੈਕਟਿਵ ਪ੍ਰਿੰਸੀਪਲ 'ਚ ਆਪਾਂ ਪੜਾਂਗੇ। ਚਲੋ ਜੀ, ਆਰਟੀਕਲ 25 ਤੋਂ 28 ਅਗਲਾ ਕਿਹੜਾ ਜੀ? ਰਾਈਟ ਟੂ ਫਰੀडम ਆਫ ਰਿਲੀਜਨ। ਕਹਿੰਦਾ ਜੀ ਧਰਮ ਆਜ਼ਾਦੀ ਦਾ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ। ਅਨੁਛੇਦ 25 ਸਾਰੇ ਵਿਅਕਤੀਆਂ ਨੂੰ ਕੋਈ ਵੀ ਧਰਮ ਅਪਣਾਉਣ, ਦੇਖੋ ਕੋਈ ਵੀ ਧਰਮ ਅਪਣਾਓ, ਕਾਫੀ ਸਾਰੇ ਧਰਮ ਨੇ, ਕੋਈ ਵੀ ਧਰਮ ਅਪਣਾ ਲਓ, ਉਹਦੇ ਵਿੱਚ ਆਪਣਾ ਵਿਸ਼ਵਾਸ, ਬਿਲੀਫ, ਉਪਾਸਨਾ ਮਤਲਬ ਪ੍ਰੈਕਟਿਸ, ਹਾਊ ਯੂ ਆਰ ਪਰਫਾਰਮਿੰਗ, ਜਿੱਦਾਂ ਉਹ 'ਚ ਹੁੰਦਾ ਉੱਦਾਂ ਤੁਸੀਂ ਕਰੋ। ਜਿਹੜੇ ਮਤਲਬ ਕਿ ਸਿੱਖ ਪਾਠ ਕਰਦੇ ਨੇ, ਮੁਸਲਿਮ ਜਿਹੜੇ ਨਮਾਜ਼ ਪੜ੍ਹਦੇ ਨੇ, ਹਿੰਦੂ ਗੀਤਾ ਪੜ੍ਹਦੇ ਨੇ, ਜੋ ਵੀ ਉਹਨਾਂ ਦੀ ਬਣਦੀ ਆ ਆਪਣੇ ਜਿਹੜੇ ਕਰਮਕਾਂਡ ਹੈਗੇ ਨੇ ਉਹ ਕਰ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਦੇ ਨਾਲ। ਇਹ ਅਧਿਕਾਰ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਿੱਤੇ ਗਏ। ਭਾਰਤ ਦੇ ਧਰਮ ਨਿਰਪੱਖ ਹੈਗਾ ਨਾ ਸਾਡਾ ਦੇਸ਼, ਸੈਕੂਲਰ ਹੈ ਨਾ, ਠੀਕ ਹੈ ਜੀ। ਤੁਹਾਨੂੰ ਪਤਾ ਹੈ ਸਾਡੇ ਦੇਸ਼ ਦੇ ਵਿੱਚ ਜਿਹੜਾ ਸੈਕੂਲਰਿਜ਼ਮ ਦਾ ਕੰਸੈਪਟ ਹੈ ਇਹ ਕਦੋਂ ਆਇਆ ਸੀ? 42nd ਅਮੈਂਡਮੈਂਟ ਦੇ ਨਾਲ। ਪ੍ਰੈਂਬਲ ਦੇ ਵਿੱਚ ਬਾਅਦ ਚ ਪਾਏ ਗਏ 3 ਸ਼ਬਦ ਹੈ ਨਾ, ਧਰਮ ਨਿਰਪੱਖ ਉਹਨਾਂ ਚੋਂ ਇੱਕ ਸ਼ਬਦ ਸੀ ਹੈ ਨਾ, ਸਮਾਜਵਾਦ, ਧਰਮ ਨਿਰਪੱਖ ਤੇ ਏਕਤਾ ਹੈ ਨਾ। ਚਲੋ ਹੁਣ ਅਸੀਂ ਗੱਲ ਕਰਦੇ ਹਾਂ ਅਖੰਡਤਾ, ਠੀਕ ਹੈ ਨਾ। ਹੁਣ ਅਸੀਂ ਗੱਲ ਕਰਦੇ ਹਾਂ ਸੈਕੂਲਰ। ਸਾਡੇ ਦੇਸ਼ 'ਚ ਜਿਹੜਾ ਹੈਗਾ ਉਹ ਜਿਹੜੇ ਬਾਕੀ ਮੁਲਕ ਨੇ, ਹੋਰ ਵੀ ਕਈ ਮੁਲਕ ਸੈਕੂਲਰ ਹੋਣਗੇ, ਫੋਰਨ ਦੇ ਕਈ ਸਾਰੇ ਮੁਲਕ ਨੇ ਹੈ ਨਾ, ਉਹਨਾਂ ਨਾਲੋਂ ਕਿਵੇਂ ਵੱਖਰਾ ਹੈ? ਦੇਖੋ ਜਿਹੜੇ ਬਾਕੀ ਮੁਲਕ ਨੇ ਨਾ, ਵੈਸਟਰਨ ਕੰਟਰੀਜ਼ ਨੇ ਜਿਹੜੀਆਂ, ਉਹ ਗੱਲ ਕਰਦੀਆਂ ਨੇ ਵੀ ਦੇਰ ਇਜ਼ ਨੋ ਰੋਲ ਆਫ ਰਿਲੀਜਨ ਇਨ ਦ ਸਟੇਟ। ਸਟੇਟ ਹੈਵ ਨੋ ਰਿਲੀਜਨ ਐਂਡ ਵੀ ਡੋਂਟ ਹੈਵ ਐਨੀਥਿੰਗ ਵਿਦ ਦ ਰਿਲੀਜਨ, ਵੀ ਡੂ ਨੋਟ ਹੈਵ ਐਨੀ ਰਿਲੇਸ਼ਨ। ਅਸੀਂ ਧਰਮ ਨਾਲ ਕੋਈ ਮਤਲਬ ਸਾਡਾ ਲੈਣ ਦੇਣ ਨਹੀਂ ਹੈਗਾ। ਪਰ ਸਾਡੇ ਇੰਡੀਆ 'ਚ ਅਸੀਂ ਕੀ ਕਹਿੰਦੇ ਹਾਂ, ਸਾਡੇ ਦੇਸ਼ ਦਾ ਕੋਈ ਧਰਮ ਨਹੀਂ ਹੈਗਾ, ਪਰ ਅਸੀਂ ਸਾਰੇ ਧਰਮਾਂ ਨੂੰ ਬਰਾਬਰ ਦਾ ਜਿਹੜਾ ਹੈਗਾ ਅਧਿਕਾਰ ਦਿੰਦੇ ਹਾਂ, ਇੱਕੋ ਜੀ ਰੱਖਿਆ ਉਹਨਾਂ ਦੀ ਕਰਦੇ ਹਾਂ। ਗੱਲ ਸਮਝ ਆਈ? ਥੋੜ੍ਹਾ ਜਿਹਾ ਵੱਖਰਾ ਸਾਡਾ, ਅਸੀਂ ਸਾਰਿਆਂ ਦੀ ਰਿਸਪੈਕਟ ਬਰਾਬਰ ਕਰਦੇ ਹਾਂ। ਉਹ ਧਰਮ ਨਾਮ ਦੀ ਚੀਜ਼ ਬਿਲੀਵ ਨਹੀਂ ਕਰਦੇ, ਮਤਲਬ ਜਿਹੜੇ ਨਹੀਂ ਕਰਦੇ ਤਾਂ, ਠੀਕ ਹੈ ਜੀ। ਸੋ ਅਸੀਂ ਆਹ ਚੀਜ਼ਾਂ ਕਰ ਸਕਦੇ ਹਾਂ। ਹੁਣ ਇਹਨੂੰ ਥੋੜ੍ਹਾ ਜਿਹਾ ਡਿਟੇਲ 'ਚ ਕਾਫੀ ਸਾਰੇ ਪੁਆਇੰਟਸ ਨੇ, ਵੈਸੇ ਤਾਂ ਉਹਨੇ ਕਲੀਅਰ ਕਰਤੇ ਦੇਖੋ ਲਿਖ ਕੇ। ਧਾਰਮਿਕ ਆਜ਼ਾਦੀ ਦਾ ਅਧਿਕਾਰ ਭਾਰਤ 'ਚ ਵੀ ਰਹਿ ਰਿਹਾ ਅਤੇ ਵਿਦੇਸ਼ੀਆਂ ਨੂੰ ਵੀ ਮਿਲਦਾ ਹੈ। ਦੇਖੋ ਬੰਦਾ ਆਇਆ ਸੀ ਨਾ ਅਮਰੀਕਾ ਤੋਂ ਧਰਮ ਦਾ ਪ੍ਰਚਾਰ ਕਰਨ ਦੇ ਲਈ, ਅਸੀਂ ਕਿਉਂ ਰੋਕ ਲਿਆ? ਉਹ ਅਲੱਗ ਗੱਲ ਹੈ, ਉਹ ਇਲੀਗਲ ਜਗ੍ਹਾ 'ਤੇ ਚਲਾ ਗਿਆ, ਪਰ ਉੱਦਾਂ ਜੇ ਕਰੀ ਜਾਂਦਾ ਤਾਂ ਕਰੀ ਜਾਂਦਾ। ਕਿ ਸਾਡੇ ਦੇਸ਼ ਨਹੀਂ ਕ੍ਰਿਸਚੈਨਿਟੀ ਦਾ ਪ੍ਰਚਾਰ ਹੋ ਰਿਹਾ ਹੁੰਦਾ? ਸਾਰਿਆਂ ਦਾ ਹੀ ਹੋ ਰਿਹਾ ਹੈ, ਸਿੱਖ ਧਰਮ ਦਾ ਵੀ ਹੋ ਰਿਹਾ ਹੈ, ਸਾਰਿਆਂ ਨੂੰ ਹੱਕ ਵੀ ਹੈ, ਹਿੰਦੂ ਧਰਮ ਦਾ ਵੀ ਹੋ ਰਿਹਾ ਹੈ, ਕ੍ਰਿਸਚੈਨਿਟੀ ਦਾ ਵੀ ਹੈ, ਇਸਲਾਮ ਧਰਮ ਦਾ ਵੀ। ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ, ਕਿਉਂਕਿ ਅਧਿਕਾਰ ਸਾਨੂੰ ਮਿਲਿਆ ਸੰਵਿਧਾਨ ਤੋਂ। ਆਰਟੀਕਲ 25 ਗੱਲ ਕਰਦਾ ਕਿਹੜਾ ਮਰਜ਼ੀ ਧਰਮ ਅਪਣਾਓ, ਉਹਦੇ ਹਿਸਾਬ ਨਾਲ ਚੱਲੋ, ਕੋਈ ਟੈਨਸ਼ਨ ਨਹੀਂ, ਤੁਹਾਨੂੰ ਕਦੇ ਰੋਕਿਆ ਨਹੀਂ ਜਾਊਗਾ। ਪਰ ਤੁਹਾਡਾ ਜਿਹੜਾ ਧਰਮ ਹੈ ਉਹ ਪਬਲਿਕ ਆਰਡਰ, ਮੋਰੈਲਿਟੀ ਤੇ ਹੈਲਥ ਨੂੰ ਖਰਾਬ ਨਾ ਕਰੇ। ਤੁਹਾਡੇ ਧਰਮ ਦੇ ਕਰਮਕਾਂਡ ਕਰਨ ਦੇ ਚੱਕਰ 'ਚ ਬਾਕੀ ਕਿਸੇ ਦਾ ਨੁਕਸਾਨ ਨਾ ਹੋ ਜਾਵੇ, ਸੁਸਾਇਟੀ ਦਾ। ਤੁਸੀਂ ਕਿਤੇ ਪਤਾ ਲੱਗੇ ਬਲੀਆਂ ਦੇਣ ਲੱਗ ਜਾਓ ਬੱਚਿਆਂ ਦੀਆਂ, ਇਟਸ ਨਾਟ ਅਲਾਊਡ। ਇਹ ਐਕਸੈਪਸ਼ਨ ਹੈ। ਆਰਟੀਕਲ 25 ਗੱਲ ਕਰਦਾ ਹੈ ਵੀ ਤੁਹਾਡਾ ਵਿਵੇਕ ਜੋ ਤੁਹਾਨੂੰ ਕਹਿੰਦਾ ਹੈ, ਅੰਦਰੋਂ ਦੀ ਜਿਹੜੀ ਆਵਾਜ਼ ਆਉਂਦੀ ਹੈ ਧਰਮ ਦੇ ਪ੍ਰਤੀ, ਉਹ ਕਰੋ। ਮੰਨੋ ਕਿਸੇ ਧਰਮ ਨੂੰ, ਅਭਿਆਸ ਕਰੋ, ਕੋਈ ਪ੍ਰੈਕਟਿਸ ਕਰੋ, ਉਸ ਤੋਂ ਬਾਅਦ ਪ੍ਰਚਾਰ ਕਰੋ, ਕੋਈ ਦਿੱਕਤ ਨਹੀਂ। ਆਰਟੀਕਲ ਨੰਬਰ 25 ਗੱਲ ਕਰਦਾ। ਕਲੀਅਰ ਹੈ ਜੀ? ਆਰਟੀਕਲ ਨੰਬਰ 26 ਕੀ ਕਹਿੰਦਾ ਜੀ? ਲੋਕਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ, ਧਾਰਮਿਕ ਸੰਸਥਾਵਾਂ ਸਥਾਪਿਤ ਕਰਨ, ਉਸ ਵਿੱਚ ਚੱਲ ਰਹੇ ਅਚਲ ਸੰਪत्ति ਤੇ ਉਸ ਦਾ ਪ੍ਰਬੰਧ ਕਰਨ ਦੀ ਆਜ਼ਾਦੀ ਦਿੰਦਾ ਹੈ। ਮਤਲਬ ਤੁਸੀਂ ਆਪਣੀ ਇੱਕ ਇੰਸਟੀਟਿਊਸ਼ਨ ਬਣਾ ਸਕਦੇ ਹੋ, ਉਹਨੂੰ ਚਲਾ ਸਕਦੇ ਹੋ, ਉਹਦੇ ਆਪਣੇ ਰੂਲਸ ਬਣਾ ਸਕਦੇ ਹੋ, ਜਿਹੜੀ ਤੁਹਾਡੀ ਪ੍ਰਾਪਰਟੀ ਆ ਉਹਨੂੰ ਤੁਸੀਂ ਐਡਮਿਨਿਸਟਰ ਕਰ ਸਕਦੇ ਹੋ, ਆਪਣੀ ਜਿਹੜੀ ਸੰਪत्ति ਹੈ ਉਹਨੂੰ ਆਪਣੇ ਹਿਸਾਬ ਨਾਲ ਵਧਾ ਜਾਂ ਘਟਾ ਸਕਦੇ ਹੋ। ਗੱਲ ਸਮਝ ਆਈ? ਕਲੈਕਟਿਵਲੀ ਮਤਲਬ ਕਿ ਤੁਸੀਂ ਉਹ ਕਰ ਸਕਦੇ ਹੋ। ਤਾਂ ਕੀ ਲਿਖਿਆ? ਐਸਟੈਬਲਿਸ਼ ਐਂਡ ਮੇਨਟੇਨ ਇੰਸਟੀਟਿਊਸ਼ਨ, ਸੰਸਥਾਵਾਂ। ਜਿਵੇਂ ਹੁੰਦਾ ਨਹੀਂ, ਜਿਵੇਂ ਸਪੋਜ਼ ਕਰੋ ਸਿੰਘ ਸਭਾ, ਗੁਰਦੁਆਰਾ ਸਭਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਾਂ ਉੱਦਾਂ ਹਰ ਧਰਮ 'ਚ ਨੇ ਇੱਦਾਂ ਟਰਸਟ ਨਹੀਂ ਬਣੇ ਹੁੰਦੇ ਬੰਦਰਾਂ ਦੇ, ਮਸੀਤਾਂ ਦੇ ਬਣੇ ਹੁੰਦੇ ਨੇ, ਮਤਲਬ ਚੈਰੀਟੇਬਲ ਸੰਸਥਾਵਾਂ ਦੇ ਰੂਪ ਦੇ ਵਿੱਚ ਜਾਂ ਕਿਸੇ ਵੀ ਰੂਪ ਦੇ ਵਿੱਚ ਉਹ ਆਪਣੇ ਇੰਸਟੀਟਿਊਸ਼ਨਸ ਨੂੰ ਰਜਿਸਟਰ ਵੀ ਕਰ ਸਕਦੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਠੀਕ ਹੈ ਜੀ? ਆਪਣੇ ਖੁਦ ਦੇ ਜਿਹੜੇ ਉਹਨਾਂ ਦੇ ਅਫੇਅਰਸ ਨੇ, ਮਤਲਬ ਆਪਣੇ ਸਾਰੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੇ, ਉਹਨੂੰ ਰੈਗੂਲੇਟ ਜਾਂ ਕੰਟਰੋਲ ਕਰ ਸਕਦੇ ਨੇ।
ਆਪਣੀ ਪ੍ਰੋਪਰਟੀ ਨੂੰ ਉਹ ਆਪਣੇ ਹਿਸਾਬ ਨਾਲ ਇੱਧਰ ਉੱਧਰ ਚੇਂਜ ਕਰ ਸਕਦੇ ਨੇ, ਹੈ ਨਾ, ਆਪਣੀ ਪ੍ਰੋਪਰਟੀ ਨੂੰ ਉਹ ਆਪਣੇ ਹਿਸਾਬ ਨਾਲ ਯੂਜ਼ ਕਰ ਸਕਦੇ ਨੇ। ਇਹ ਕਲੈਕਟਿਵ ਫਰੀडम ਦਿੰਦਾ ਸਾਨੂੰ, ਮਤਲਬ ਕਿਉਂਕਿ ਇੰਸਟੀਟਿਊਸ਼ਨ ਦੇ ਵਿੱਚ ਇੱਕ ਬੰਦਾ ਤਾਂ ਨਹੀਂ ਹੋਊਗਾ ਨਾ, ਕਈ ਲੋਕ ਹੋਣਗੇ, ਤਾਂ ਫਿਰ ਮਿਲ ਕੇ ਜਦੋਂ ਕੋਈ ਕੰਮ ਕਰਨਗੇ ਤਾਂ ਇਸ ਕਰਕੇ ਕਲੈਕਟਿਵ ਰਾਈਟ ਹੈ, ਇੱਕ ਸਾਂਝਾ ਅਧਿਕਾਰ ਹੈ। ठीक है जी। साइड इफेक्ट्स तो कुछ नहीं है, ये तो बेनिफिट है, हमारे को राइट मिला हुआ है। साइड इफेक्ट एक्सेप्शंस, बस वही एक्सेप्शन है जी। एक्सेप्शन भी सेम ही है कि आपका जो इंस्टीट्यूशन है या आपके जो रूल्स हैं या आपकी जो प्रॉपर्टी है, ऐसा नहीं है जी किसी ने जमीन दब के तुम अपनी संस्था के नाम पर कर ली, होंदा नहीं हमें खबरां च आउंदा नहीं हैगा, कहंदे ब्यास आने ते एलीगेशन नहीं लगदी। ਮੈਨੂੰ ਨਹੀਂ ਪਤਾ ਸਹੀ ਹੈ ਗਲਤ ਹੈ, ਆਈ ਡੋਂਟ ਨੋ ਅਬਾਊਟ दैट, ਪਰ ਉਹ ਚੀਜ਼ ਨਹੀਂ ਹੋਣੀ ਚਾਹੀਦੀ। ਕਿਸੇ ਦੇ ਹੋਰ ਦੇ ਰਾਈਟ ਨੂੰ ਨਾ ਖਰਾਬ ਕਰ ਦੋ अपने चक्कर ਚ। क्लियर है जी। तो एक्सेप्शंस वही हैं कि पब्लिक ऑर्डर, मोरालिटी और हैल्थ पे नुकसान नहीं होना चाहिए। आर्टिकल नंबर 27 कहता ਜਿਹੜਾ ਤੁਸੀਂ ਧਰਮ ਦੇ ਪ੍ਰਚਾਰ ਕਰਨ ਵਾਸਤੇ ਜੋ ਵੀ ਤੁਸੀਂ ਮਤਲਬ ਕਿ ਐਕਟੀਵਿਟੀ ਕਰਦੇ ਹੋ ਉਹਦੇ ਉੱਪਰ ਕੋਈ ਤੁਹਾਨੂੰ ਧਨ ਮਤਲਬ ਟੈਕਸ ਦੇਣ ਦੀ ਲੋੜ ਨਹੀਂ ਹੈਗੀ। ਮਤਲਬ ਯੂ ਆਰ ਐਗਜ਼ੈਂਪਟਡ ਟੂ ਪੇ ਐਨੀ ਕਾਈਂਡ ਆਫ ਟੈਕਸ ਫॉर द ਪ੍ਰਮੋਸ਼ਨ ਆਫ ਰਿਲੀਜਨ। ਧਰਮ ਦੇ ਨਾਂ ਤੇ ਚੰਦਾ ਲੈਣ ਦੀ ਮਨਾਹੀ ਕੀਤੀ, ਮਤਲਬ ਟੈਕਸ ਨਹੀਂ ਲੈ ਸਕਦੇ ਤੁਸੀਂ, ਸਰਕਾਰ ਤੁਹਾਡੇ ਤੋਂ ਟੈਕਸ ਨਹੀਂ ਲਊਗੀ, ਪਰ ਸਰਕਾਰ ਤੁਹਾਡੇ ਤੇ ਡਿਊਟੀ ਲਾ ਸਕਦੀ ਹੈ, ਕੋਈ ਫੀਸ ਲਾ ਸਕਦੀ ਹੈ ਤਾਂ ਕਿ ਤੁਹਾਨੂੰ ਹੀ ਬੈਟਰ ਫੈਸਿਲਿਟੀਜ਼ ਦਿੱਤੀਆਂ ਜਾ ਸਕਣ। ਪਰਚੀ ਲਾਤੀ ਵੀ 10 ਰੁਪਏ ਪਰਚੀ ਕਟਾਣੀ ਪਊਗੀ ਜੇ ਅੰਦਰ ਜਾਣਾ, ਹੋ ਸਕਦਾ ਤੁਹਾਨੂੰ ਹੀ ਬੈਨੀਫਿਟ ਦੇਣਾ ਹੋਵੇ ਸਰਕਾਰ ਨੇ ਕੋਈ, ਹੈ ਨਾ, ਕਿਉਂਕਿ ਉੱਥੇ ਜਿਹੜੇ ਸਾਰੇ ਲੋਕ ਲੱਗੇ ਹੋਏ ਨੇ ਉਹਨਾਂ ਦੀ ਤਨਖਾਹਾਂ ਵੀ ਤਾਂ ਕੱਢਣੀਆਂ ਨੇ, ਅਤੇ ਉੱਥੇ ਜਿਹੜੇ ਇਨਫਰਾਸਟਰਕਚਰ ਜਿਹੜਾ ਬਣ ਰਿਹਾ ਉਹਦੇ ਵਾਸਤੇ ਸਰਕਾਰ ਤੁਹਾਡੇ 'ਤੇ ਕੋਈ ਡਿਊਟੀ ਲਾ ਸਕਦੀ ਹੈ, ਪਰ ਉਹਦਾ ਟੈਕਸ ਨਹੀਂ ਲੱਗੂਗਾ। ਜਦੋਂ ਤੁਸੀਂ ਧਰਮ ਦਾ ਪ੍ਰਚਾਰ ਕਰੋਗੇ ਤੁਹਾਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ। ਕਰ ਲੈਂਦੇ ਆ, ਬਸ ਇਹ ਉਹਨਾਂ ਨੂੰ ਇੱਕ ਰਾਈਟ ਮਿਲਦਾ ਵੀ ਤੁਸੀਂ ਜਿਹੜਾ ਹੈਗਾ ਤੁਹਾਨੂੰ ਟੈਕਸ ਨਹੀਂ ਦੇਣਾ ਪਏਗਾ ਸਰਕਾਰ ਨੂੰ, ਇਨਕਮ ਦੇ ਉੱਪਰ ਕੋਈ ਟੈਕਸ ਨਹੀਂ ਲੱਗੇਗਾ ਧਰਮ ਦੇ ਪ੍ਰਚਾਰ ਲਈ ਜੋ ਤੁਸੀਂ ਇਨਕਮ ਸ਼ੋਅ ਕੀਤੀ। ਠੀਕ ਹੈ ਜੀ। ਪਰ GST ਲੱਗਦਾ, GST ਇਜ਼ ਐਪਲੀਕੇਬਲ ਗੁਡਸ ਐਂਡ ਸਰਵਿਸਿਜ਼ ਟੈਕਸ। ਮਤਲਬ ਜਦੋਂ ਮੰਨ ਲਓ ਸਪੋਜ਼ ਕਰੋ ਕਿਸੇ ਮੰਦਿਰ ਦੇ ਵਿੱਚ ਲੰਗਰ ਬਣਨਾ, ਲੰਗਰ ਬਣਨ ਦੇ ਲਈ ਜੋ ਸਮੱਗਰੀ ਆਊਗੀ, ਜਦੋਂ ਜਾਣਗੇ ਉੱਥੇ ਦੁਕਾਨ 'ਤੇ ਸਮਾਨ ਰਾਸ਼ਨ ਲੈਣ ਲਈ ਤਾਂ GST ਤਾਂ ਲੱਗਿਆ ਹੁੰਦਾ ਹਰੇਕ ਚੀਜ਼ 'ਤੇ, ਉਹ ਲੱਗੂਗਾ ਉੱਤੇ। ਸਰਕਾਰ ਦੀ ਮਰਜ਼ੀ ਹੈ, ਜੋ ਛੱਡਣਾ ਚਾਹੇ ਛੱਡ ਸਕਦੀ ਹੈ। ਤੁਹਾਨੂੰ ਪਤਾ ਗੋਲਡਨ ਟੈਂਪਲ ਦੇ ਵਿੱਚ ਵੀ, ਕਿਉਂਕਿ GST ਦੋਨੋਂ ਸਰਕਾਰਾਂ ਲਾਉਂਦੀਆਂ, ਸਟੇਟ ਅਤੇ ਸੈਂਟਰ, ਤਾਂ ਇਹਦੇ ਵਿੱਚ ਗੋਲਡਨ ਟੈਂਪਲ ਦੇ ਵਿੱਚ ਸਟੇਟ ਗੌਰਮੈਂਟ ਨੇ ਤਾਂ ਆਪਣਾ GST ਛੱਡਤਾ, ਸੈਂਟਰ ਨੇ ਨਹੀਂ ਛੱਡਿਆ। ਠੀਕ ਹੈ ਨਾ। ਪਰ ਦੇਖਿਆ ਜਾਵੇ ਉਹ ਵੀ ਫਿਰ ਕੀ ਹੋ ਜਾਂਦਾ ਨਾ, ਫਿਰ ਹੁਣ ਇਸ ਟਾਈਮ ਜਿਹੜਾ ਗੋਲਡਨ ਟੈਂਪਲ ਵਾਸਤੇ ਹੈ, ਕੱਲ੍ਹ ਨੂੰ ਬਾਕੀ ਧਰਮਾਂ ਵਾਲੇ ਲੋਕ ਵੀ ਕਹਿਣਗੇ ਵੀ ਸਾਡੇ ਵਾਸਤੇ ਛੱਡੋ। ਨਹੀਂ ਦੇਖੋ, ਉਹਨਾਂ ਨੂੰ ਜਿਹੜੀ ਇਨਕਮ ਹੁੰਦੀ ਹੈ ਨਾ, ਜਦੋਂ ਉਹਨਾਂ 'ਤੇ ਦਾਨ ਚੜ੍ਹਦਾ, ਕਾਫੀ ਲੱਖਾਂ ਕਰੋੜਾਂ ਰੁਪਏ, ਅਰਬਾਂ ਰੁਪਏ ਦਾਨ ਚੜ੍ਹਦਾ, ਉਹਦੇ 'ਤੇ ਕੋਈ ਟੈਕਸ ਨਹੀਂ ਦੇਣਗੇ ਉਹ। ਮੈਂ ਮੰਨ ਲਓ ਫੀਸ ਇਕੱਠੀ ਕਰਦਾ, 1 ਕਰੋੜ ਰੁਪਏ ਫੀਸ ਇਕੱਠੀ ਹੋ ਗਈ ਮੰਨ ਲਓ ਮੈਨੂੰ ਸਾਲ 'ਚ, ਤਾਂ ਆਈ ਹੈਵ ਟੂ ਪੇ ਟੈਕਸ ਅਕੋਰਡਿੰਗ ਟੂ ਮਾਈ ਸਲੈਬਸ, ਹੈ ਨਾ। ਪਰ ਇਫ ਆਈ ਬਿਕਮ ਅ ਬਾਬਾ ਐਂਡ ਆਈ ਵਿਲ ਕਲੈਕਟ ਦਾਨ ਫਰੋਮ ਯੂ, then I will just continuing filling my tijoris, then there will be no need to pay any tax। धर्म के नाम पर जो कि मैं सोच रहा बन जा। ठीक है जी। अच्छा, आर्टिकल नंबर 28 धर्म की आज़ादी का लास्ट आर्टिकल नंबर है, क्योंकि 25 तो 28 सी ना। 28 नंबर की कहता जी भी तुसी इस दो गल्लां ने। सब तो मेन गल यह है भी कोई भी इहो जिहा अदारा है, कोई भी इहो जी संस्था है, इंस्टीट्यूशन है जो कि गवर्नमेंट के अंडर है, स्टेट के अंडर है, उस संस्था दे विच तुसी किसी नूं कोई पर्टिकुलर रिलीजीयस इंस्ट्रक्शनस नहीं दे सकते, अते जे दे रहे हो तो मना कर सकदा लैण तो। कोई गवर्नमेंट स्कूल दे विच, तो कोई गवर्नमेंट स्कूल्स ने, है ना, रिलीजीयस वो सब गवर्नमेंट दी संस्थावां ने, गवर्नमेंट के फंड नाल चलदियां ने। उस जगह ते कोई भी जना तुहानूं किसी एक धर्म नूं मनण दे लई फोर्स नहीं कर सकता, क्योंकि उत्थे तो हर धर्म के लोग आउणगे। जो किसी एक धर्म के लोगों को ज़्यादा वो करनगे तो बाकियों नहीं करनगे, तो फिर इदां दा धर्म का अधिकार साडा हो जाऊगा ना, समानता नहीं ना रहूगी। गल समझ आई? इत्थे बड़ा पंगा पेगा सी हमचिड़ी स्कूल च। ਹਾਂਜੀ ਸਰ, ਇਹ ਅਕੈਡਮੀ ਵਾਲੇ ਘੰਟਾ ਘੰਟਾ ਪਾਰਟੀ ਹੋਏ ਜਾਂਦੇ ਨੇ। नहीं वो नहीं मैं आई एम नॉट टॉकिंग, नो 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 गवर्नमेंट स्कूल की गल कर रहा मैं। गवर्नमेंट स्कूल दे विच कुछ किसी ने किसी पर्टिकुलर धर्म के इंस्ट्रक्शनस की कोई कुछ हो गया सी कॉन्सैप्ट देने की गल, तो रिकॉर्डिंग वगैरह भी हो गई सी, फिर वो बहुत मसला अगे तक चला गया सी, पर सुलझ गया। तुसी किसी
ਰਾਜ ਦੇ ਸੰਸਥਾ ਦੇ ਵਿੱਚ ਦੇਖੋ ਪੜੋ, ਵਿਦਿਅਕ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਦੇਣ ਦੀ ਮਨਾਹੀ ਕੀਤੀ ਗਈ ਹੈ। ਕਿਹੜੇ ਵਿਦਿਅਕ ਸੰਸਥਾਵਾਂ? ਜਿਹੜੀਆਂ ਸਰਕਾਰ ਤੋਂ ਪੈਸੇ ਲੈਂਦੀਆਂ, ਸਰਕਾਰ ਦੇ ਉਹਦੇ ਚੱਲਦੀਆਂ, ਸਰਕਾਰ ਦੇ ਅਧੀਨ ਨੇ। ਇਦਾਂ ਨਹੀਂ ਹੈਗਾ, ਉੱਦਾਂ ਤਾਂ ਮੇਰੀ ਵੀ ਰਿਲੀਜੀਅਸ ਇੰਸਟੀਟਿਊਸ਼ਨ ਹੈ, ਸੌਰੀ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ, ਪਰ ਮੇਰੀ ਤਾਂ ਪ੍ਰਾਈਵੇਟ ਹੈ ਨਾ, ਮੈਂ ਜੋ ਮਰਜ਼ੀ ਦੇਈ ਜਾਵਾਂ ਜੀ, ਹੈ ਨਾ। ਕਹਿੰਦਾ ਜੀ ਵਿਦਿਅਕ ਸੰਸਥਾਵਾਂ ਧਾਰਮਿਕ ਸਿੱਖਿਆ ਦੇ ਸਕਦੀਆਂ ਹਨ, ਪਰ ਕਿਸੇ ਵੀ ਬੱਚੇ ਨੂੰ ਧਾਰਮਿਕ ਸਿੱਖਿਆ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਦੇ ਸਕਦੀਆਂ ਉਹ, ਜੇ ਮੰਨ ਲਓ ਉੱਥੇ ਕੋਈ ਗਾਇਆ ਜਾ ਰਿਹਾ ਗਾਣਾ, ਕਿੱਦਾਂ ਦਾ ਸੌਂਗ ਗਾਇਆ ਜਾ ਰਿਹਾ, ਤਾਂ ਤੁਸੀਂ ਉਹ ਬੱਚੇ ਨੂੰ ਮਜਬੂਰ ਨਹੀਂ ਕਰ ਸਕਦੇ ਤੂੰ ਗਾ। ਜੇ ਉਹ ਚਾਹੇ ਤਾਂ ਸ਼ਾਂਤ ਰਹਿ ਸਕਦਾ, ਸਰ ਮੈਂ ਨਹੀਂ, ਆਈ ਡੋਂਟ ਵਾਂਟ ਟੂ ਟੇਕ ਦਿਸ ਰਿਲੀਜੀਅਸ ਇੰਸਟਰਕਸ਼ਨ। ਠੀਕ ਹੈ ਜੀ। ਹੁਣ ਤੁਸੀਂ ਕਹੋਗੇ ਵੀ ਦੇ ਹੀ ਕਿਉਂ ਰਹੇ ਨੇ, ਫਿਰ ਦੇਣ 'ਤੇ ਵੀ ਮਨਾਹੀ ਕਰੋ। ਦੇਣ 'ਤੇ ਮਨਾਹੀ ਹੈ, ਦੇਣ 'ਤੇ ਮਨਾਹੀ ਹੈ, ਪਰ ਸੁਣੋ, ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੁੰਦੇ ਨੇ ਨਾ, ਉਹ ਕਈ ਤਰ੍ਹਾਂ ਦੇ ਹੁੰਦੇ ਨੇ, ਸਿੱਖਿਅਕ ਅਦਾਰੇ ਕਈ ਤਰ੍ਹਾਂ ਦੇ ਨੇ। ਦੇਖੋ ਸਭ ਤੋਂ ਪਹਿਲਾਂ ਤਾਂ ਉਹ ਹੈ ਜਿਹੜਾ ਪੂਰੀ ਤਰ੍ਹਾਂ ਸਰਕਾਰ ਦੇ ਅਧੀਨ ਹੈ, ਪੂਰੀ ਤਰ੍ਹਾਂ ਸਰਕਾਰ ਦੇ ਅਧੀਨ ਹੈ। ਇੱਥੇ ਤਾਂ ਤੁਸੀਂ ਦੇ ਹੀ ਨਹੀਂ ਸਕਦੇ, ਕੋਈ ਧਾਰਮਿਕ ਸਿੱਖਿਆ ਦੇ ਹੀ ਨਹੀਂ ਸਕਦੇ। ਹੁਣ ਸਰਕਾਰੀ ਸਕੂਲ ਤਾਂ ਸਰਕਾਰ ਦੇ ਅਧੀਨ ਹੀ ਨੇ, ਉੱਥੇ ਤਾਂ ਕੋਈ ਉੱਥੇ ਦੇਣਾ ਹੀ ਮਨਾਹੀ ਹੈ ਜੀ। ਇਟਸ ਇਲੀਗਲ ਟੂ ਗਿਵ ਐਨੀ ਪਾਰਟੀਕੂਲਰ ਰਿਲੀਜੀਅਸ ਇੰਸਟਰਕਸ਼ਨ। ਠੀਕ ਹੈ ਜੀ। ਅੱਛਾ, ਬਾਕੀ ਜਿਹੜੀਆਂ ਚੀਜ਼ਾਂ ਨੇ, ਸਪੋਜ਼ ਕਰੋ ਕੋਈ ਮਾੜੀ ਮੋਟੀ ਏਡ ਲੈ ਰਿਹਾ ਸਰਕਾਰ ਤੋਂ, ਕੋਈ ਮਾੜਾ ਮੋਟਾ ਫੰਡ ਲੈਂਦਾ ਟਰਸਟ ਦੇ ਰੂਪ ਦੇ ਵਿੱਚ, ਮੰਤਰੀ ਆਇਆ ਜੀ, ਮੰਤਰੀ ਨੇ ਐਲਾਨ ਕਰਤਾ ਵੀ ਚਲੋ ਤੁਹਾਨੂੰ ਦੇ ਦਾਂਗੇ ਅਸੀਂ ਕੁਝ, ਜਾਂ ਕੋਈ ਸੰਸਥਾ ਜਿਹੜੀ ਰੈਕੋਗਨਾਈਜ਼ ਹੈ ਸਟੇਟ ਦੁਆਰਾ, ਮਾਨਤਾ ਪ੍ਰਾਪਤ ਹੈ ਜਿਹਨੂੰ, ਉਹ ਤਾਂ ਪ੍ਰਾਈਵੇਟ ਨੂੰ ਵੀ ਹੋ ਸਕਦੀ ਹੈ। ਅਤੇ ਕੋਈ ਮੰਨ ਲਓ ਇਹ ਜਿਹੜੀ ਸਰਕਾਰ ਚਲਾ ਰਹੀ ਹੈ ਪਰ ਬਣੀ ਕਿਸੇ ਪਾਰਟੀਕੂਲਰ ਧਰਮ ਦੇ ਅਧੀਨ ਹੀ ਸੀ ਕੋਈ ਸੰਸਥਾ, ਉਹਨਾਂ 'ਚ ਆਪਾਂ ਦੇ ਸਕਦੇ ਹਾਂ ਧਾਰਮਿਕ ਸਿੱਖਿਆ। ਠੀਕ ਹੈ ਨਾ, ਪਰ ਲੋਕ ਉਹ 'ਚ ਵੀ ਮਨਾ ਕਰ ਸਕਦੇ ਨੇ ਲੈਣ ਤੋਂ, ਇਹ ਗੱਲ ਦਾ ਧਿਆਨ ਰੱਖਿਓ। ਕੁੱਲ ਮਿਲਾ ਕੇ ਗੱਲ ਇਹ ਹੈ ਜੀ ਕਿ ਸਰਕਾਰੀ ਸਿੱਖਿਆ ਜਿਹੜੀ ਸਰਕਾਰੀ ਸੰਸਥਾ, ਉਹਦੇ ਵਿੱਚ ਕੋਈ ਧਾਰਮਿਕ ਸਿੱਖਿਆ ਦੀ ਉਹ ਨਹੀਂ ਦਿੱਤੀ ਜਾਊਗੀ, ਇੰਸਟਰਕਸ਼ਨਸ ਨਹੀਂ ਦਿੱਤੀਆਂ ਜਾਣਗੀਆਂ। ਪਰ ਜੇ ਕੋਈ ਦਿੰਦਾ ਵੀ ਹੈ ਕਿਸੇ ਪਾਰਟੀਕੂਲਰ ਉਹਦੇ ਚੱਕਰ 'ਚ, ਤਾਂ ਫਿਰ ਉਹ ਤੁਸੀਂ ਲੈ ਮਨਾ ਕਰ ਸਕਦੇ ਹੋ ਉਸ ਚੀਜ਼ ਤੋਂ ਵੀ ਆਈ ਡੋਂਟ ਵਾਂਟ। ਆਰਟੀਕਲ ਨੰਬਰ 28 ਇਹ ਸੀਗਾ ਜੀ 25 ਤੋਂ ਲੈ ਕੇ 28, ਰਾਈਟ ਟੂ ਫਰੀਡਮ ਆਫ ਰਿਲੀਜਨ। 25 ਕੀ ਕਹਿੰਦਾ ਸੀ ਵੀ ਜਿਹੜਾ ਮਰਜ਼ੀ ਧਰਮ ਅਪਣਾਓ, ਜੋ ਮਰਜ਼ੀ ਕਰੋ। 26 ਕੀ ਕਹਿੰਦਾ ਸੀ ਵੀ ਤੁਸੀਂ ਧਾਰਮਿਕ ਸੰਸਥਾਵਾਂ ਬਣਾਓ, ਪ੍ਰੋਪਰਟੀ ਨੂੰ ਮੂਵ ਕਰੋ, ਓਨ ਕਰੋ, ਸੈਲ ਕਰੋ। 27 ਕੀ ਕਹਿੰਦਾ ਸੀ ਵੀ ਟੈਕਸ ਦੇਣ ਦੀ ਲੋੜ ਨਹੀਂ। 28 ਕੀ ਕਹਿੰਦਾ ਸੀ ਵੀ ਗਵਰਨਮੈਂਟ ਇੰਸਟੀਟਿਊਸ਼ਨਸ ਦੇ ਵਿੱਚ ਧਾਰਮਿਕ ਸਿੱਖਿਆ ਨਹੀਂ ਦੇ ਸਕਦੇ, ਜੇ ਦੇ ਰਹੇ ਹੋ ਤਾਂ ਉਹ ਬੰਦਾ ਲੈਣ ਤੋਂ ਮਨਾ ਵੀ ਕਰ ਸਕਦਾ। ਆਰਟੀਕਲ ਨੰਬਰ 25 ਤੇ 28 ਤੋਂ ਕਲੀਅਰ ਹੋ ਗਿਆ? ਹੋ ਗਿਆ ਜੀ। ਆਰਟੀਕਲ ਨੰਬਰ 29 ਇਹ ਗੱਲ ਕਰਦਾ ਜੀ ਅਲਪਸੰਖਿਅਕ ਮਾਈਨੋਰਿਟੀਜ਼ ਦੀ। ਦੇਖੋ ਪਹਿਲੀ ਗੱਲ ਤਾਂ ਇਹ, ਸਾਡੇ ਦੇਸ਼ 'ਚ ਦੋ ਤਰ੍ਹਾਂ ਦੀਆਂ ਮਾਈਨੋਰਿਟੀਜ਼ ਨੇ ਜਿਹਨੂੰ ਆਪਾਂ ਮਤਲਬ ਅਲਪਸੰਖਿਅਕ ਕਹਿੰਦੇ ਆ। ਇੱਕ ਤਾਂ ਧਰਮ ਦੇ ਆਧਾਰ 'ਤੇ, ਇੱਕ ਭਾਸ਼ਾ ਦੇ ਆਧਾਰ 'ਤੇ। ਠੀਕ ਹੈ ਜੀ, ਇਹ ਦੋਨਾਂ 'ਤੇ ਲਾਗੂ ਹੁੰਦਾ ਕਾਨੂੰਨ। ਪਹਿਲੀ ਗੱਲ, ਘੱਟ ਗਿਣਤੀ ਦੇ ਲੋਕਾਂ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਕਾਇਮ ਰੱਖਣ ਦਾ ਅਧਿਕਾਰ ਹੈ। ਠੀਕ ਹੈ ਜੀ। ਇਸ ਅਧਿਕਾਰ ਅਧੀਨ ਰਾਜ ਆਰਥਿਕ ਤੌਰ ਤੇ ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਲਈ ਵਿਦਿਅਕ ਸੰਸਥਾਵਾਂ ਵਿੱਚ ਸੀਟਾਂ ਰੱਖ ਸਕਦਾ ਹੈ। ਮਤਲਬ ਇਹਨਾਂ ਮਾਈਨੋਰਿਟੀਜ਼ ਵਾਸਤੇ ਜਿਹੜਾ ਹੈਗਾ ਅਸੀਂ ਵਿਦਿਅਕ ਅਦਾਰਿਆਂ 'ਚ, ਵਿਦਿਅਕ ਅਦਾਰੇ ਸਮਝ ਤੋਂ ਐਜੂਕੇਸ਼ਨਲ ਇੰਸਟੀਟਿਊਸ਼ਨਸ, ਉਹਨਾਂ 'ਚ ਅਸੀਂ ਰਿਜ਼ਰਵੇਸ਼ਨ ਰੱਖ ਸਕਦੇ ਹਾਂ। ਆਰਟੀਕਲ 29 ਗੱਲ ਕਰਦਾ ਜੀ ਮਾਈਨੋਰਿਟੀਜ਼ ਦੀ ਪ੍ਰੋਟੈਕਸ਼ਨ ਦੀ। ਸਾਡੇ ਦੇਸ਼ 'ਚ 6 ਧਰਮ ਨੇ ਜਿਹੜੇ ਮਾਈਨੋਰਿਟੀਜ਼ ਦੇ ਅੰਡਰ ਆਉਂਦੇ ਨੇ। ਉਹ ਕਿਹੜੇ ਕਿਹੜੇ ਨੇ? ਹਿੰਦੂ ਧਰਮ ਨੂੰ ਛੱਡ ਦਿਓ, ਬਾਕੀ ਸਾਰੇ ਮਾਈਨੋਰਿਟੀਜ਼ ਨੇ। ਕਿਹੜੇ ਕਿਹੜੇ ਧਰਮ ਹੋ ਗਏ ਜੀ? ਸਿੱਖ, ਮੁਸਲਿਮ, ਕ੍ਰਿਸਚਨ, ਜੈਨਿਸਟ, ਬੁੱਧਿਸਟ ਅਤੇ ਹੋਰ ਕੌਣ ਨੇ ਜੀ? ਪਾਰਸੀ, ਐਂਗਲੋ ਇੰਡੀਅਨਸ। ਉਹ ਕੋਈ ਧਰਮ ਕ੍ਰਿਸਚਨਸ ਹੀ ਹੁੰਦੇ ਜ਼ਿਆਦਾਤਰ, ਲੇਕਿਨ ਉਹ ਕਿਸੇ ਵੀ ਧਰਮ ਦੇ ਹੋ ਸਕਦੇ ਨੇ। No, don't take their name. No, that is a different thing. Reservation is given in parliament. That is a different concept. And in state legislatures also. ਵਿਧਾਨ ਸਭਾਵਾਂ ਦੇ ਵਿੱਚ ਇੱਕ ਬੰਦੇ ਨੂੰ ਐਂਗਲੋ ਇੰਡੀਅਨ ਨੂੰ ਰੱਖਿਆ ਜਾ ਸਕਦਾ ਨਾ, ਜੇ ਗਵਰਨਰ ਚਾਹੇ, ਅਤੇ ਲੋਕ ਸਭਾ 'ਚ 2 ਬੰਦਿਆਂ ਨੂੰ। ਪਰ ਇਹ 2020 ਤੱਕ ਹੀ ਸੀ, 95ਵਾਂ ਸੰਸ਼ੋਧਨ। ਚਲੋ, ਮਾਈਨੋਰਿਟੀਜ਼ ਨੇ, ਇਹਨਾਂ ਦੇ ਪ੍ਰੋਟੈਕਸ਼ਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਠੀਕ ਹੈ ਜੀ। ਉਹ ਤੋਂ ਬਾਅਦ ਕਹਿੰਦਾ ਜੀ ਲੈਂਗੁਏਜ ਜਾਂ ਸਕ੍ਰਿਪਟ ਆਪਣੀ ਹੋਵੇ ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਮਾਈਨੋਰਿਟੀ ਕਹਿ ਸਕਦੇ ਹਾਂ। ਤਾਂ ਇਹਨਾਂ ਨੂੰ ਕਿਸੇ ਗਵਰਨਮੈਂਟ ਇੰਸਟੀਟਿਊਸ਼ਨ ਦੇ ਵਿੱਚ ਉਹੋ ਜਿਹਾ ਕੋਈ ਵੀ ਅਦਾਰਾ ਜਿਹਦੇ ਵਿੱਚ ਜੋ ਮਤਲਬ ਗਵਰਨਮੈਂਟ ਦੇ ਅੰਡਰ ਆਉਂਦਾ, ਉਹਦੇ ਵਿੱਚ ਐਡਮਿਸ਼ਨ ਤੋਂ ਰੋਕਿਆ ਨਹੀਂ ਜਾ ਸਕਦਾ ਵੀ ਤੈਨੂੰ ਅਸੀਂ ਐਡਮਿਸ਼ਨ ਨਹੀਂ ਦੇਵਾਂਗੇ। ਮਤਲਬ ਮਾਈਨੋਰਿਟੀਜ਼ ਦੀ ਪ੍ਰੋਟੈਕਸ਼ਨ ਕਰਦਾ ਸਾਡਾ ਦੇਸ਼ ਜਿਹੜਾ ਹੈਗਾ, ਉਹ ਮਾਈਨੋਰਿਟੀਜ਼ ਦੀ ਪ੍ਰੋਟੈਕਸ਼ਨ ਕਰਦਾ। ਦੁਨੀਆ ਦੇ ਬਹੁਤ ਘੱਟ ਸੰਵਿਧਾਨ ਇਹੋ ਜਿਹੇ ਨੇ ਜਿਹੜੇ ਅਲਪਸੰਖਿਅਕ ਯਾਨੀ ਮਾਈਨੋਰਿਟੀਆਂ ਨੂੰ ਪ੍ਰੋਟੈਕਸ਼ਨ ਦੇਣ ਦੀ ਗੱਲ ਕਰਦੇ ਨੇ। ਹੁਣ ਜਿਹੜਾ ਨਵਾਂ ਕਾਨੂੰਨ ਆਇਆ ਹੈ
CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਇਹ ਵੀ ਬਾਕੀ ਜਿਹੜੇ ਮੁਲਕ ਨੇ ਉਹਨਾਂ ਦੇ ਜਿਹੜੇ ਅਲਪਸੰਖਿਅਕ ਘੱਟ ਗਿਣਤੀ ਵਾਲੇ ਲੋਕ ਨੇ, ਬਾਕੀ ਮੁਲਕ ਜਿਹੜੇ 3 ਮੁਲਕ ਨੇ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਉੱਥੇ ਜਿਹੜੇ ਮਾਈਨੋਰਿਟੀਜ਼ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਰਿਲੀਜੀਅਸ ਮਾਈਨੋਰਿਟੀਜ਼, ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਕਰਦਾ। ਪਰ ਉਹ ਫਿਰ ਇਹ ਤਰਕ ਚੱਕਿਆ ਜਾਂਦਾ ਹਮੇਸ਼ਾ ਵੀ ਦੇਖੋ ਜੀ ਜ਼ਰੂਰੀ ਤਾਂ ਨਹੀਂ ਹੈਗਾ ਵੀ ਹਮੇਸ਼ਾ ਕਿ ਪਾਕਿਸਤਾਨ ਦੇ ਵਿੱਚ ਕਿ ਮੁਸਲਮਾਨਾਂ ਦੀ ਪ੍ਰਤਾੜਨਾ ਨਹੀਂ ਹੁੰਦੀ ਹੋਊਗੀ। ਅੱਛਾ ਇਹ ਦੱਸੋ ਆਪਣਾ ਇੰਡੀਆ ਨਾ, ਇੰਡੀਆ ਭਾਰਤ, ਕਿ ਸਾਡੇ ਦੇਸ਼ ਦੇ ਵਿੱਚ ਹਿੰਦੂਆਂ ਦੀ ਪ੍ਰਤਾੜਨਾ ਨਹੀਂ ਹੁੰਦੀ? ਜਿਹੜੇ ਦਲਿਤ ਨੇ ਉਹਨਾਂ ਦੀ ਪ੍ਰਤਾੜਨਾ ਨਹੀਂ ਹੁੰਦੀ? ਪਰ ਉਹ ਤਾਂ ਹਿੰਦੂ ਹੀ ਨੇ। ਕਿ ਪਾਕਿਸਤਾਨ ਦੇ ਵਿੱਚ ਜਿਹੜੇ ਮੁਸਲਿਮ ਨੇ ਉਹਨਾਂ ਦੀ ਪ੍ਰਤਾੜਨਾ ਨਹੀਂ ਹੋ ਸਕਦੀ? ਹੁੰਦੀ ਹੋਣੀ ਹੈ। ਹੋ ਸਕਦਾ ਜਿਹੜੇ ਸ਼ੀਆ ਮੁਸਲਮਾਨ ਨੇ, ਕਿਉਂਕਿ ਪਾਕਿਸਤਾਨ ਦੇ ਵਿੱਚ ਮੈਜੋਰਿਟੀ ਇੱਕ ਸੁੰਨੀ ਮੁਸਲਮਾਨਾਂ ਦੀ ਹੈ ਨਾ, ਉੱਥੇ ਸ਼ੀਆ ਮੁਸਲਮਾਨਾਂ ਦੀ ਪ੍ਰਤਾੜਨਾ ਹੁੰਦੀ ਹੋਊਗੀ। ਤਾਂ ਸਰਕਾਰ ਨੇ ਉਹਨਾਂ ਵੇਲੇ ਤਾਂ ਆਪਣਾ ਮਤਲਬ ਮੂੰਹ ਮੋੜ ਲਿਆ। ਇਸ ਗੱਲ ਕਰਕੇ ਥੋੜ੍ਹਾ ਜਿਹਾ ਕੋਸਿਆ ਜਾ ਰਿਹਾ ਹੈ ਵੀ ਤੁਸੀਂ ਇਹ ਗਲਤ ਕੀਤਾ, ਤੁਸੀਂ ਵੈਸੇ ਧਰਮ ਦੇ ਆਧਾਰ 'ਤੇ ਨਹੀਂ, ਵੈਸੇ ਹੀ ਕਹਿੰਦੇ ਵੀ ਕੋਈ ਵੀ ਇਨਸਾਨ ਜਿਹੜੀ ਪ੍ਰਤਾੜਨਾ ਹੋ ਰਹੀ ਹੈ ਉਹਨੂੰ ਵੈਸੇ ਤਾਂ ਲੋੜ ਹੀ ਨਹੀਂ ਸੀਗੀ ਜੀ, ਇਹ ਡਬਲ ਸਟੈਂਡਰਡ ਰੱਖਣ ਦੀ ਲੋੜ ਨਹੀਂ। ਕਾਹਦੇ ਵਾਸਤੇ ਦੇਣੀ? ਹੋ ਜਾਣ ਤੋਂ ਪ੍ਰਤਾੜਨਾ ਤੁਸੀਂ ਕੀ ਲੈਣਾ? Do you think we need to give like protection to the people of Pakistan, Afghanistan and Bangladesh? ਪਹਿਲਾਂ ਆਪਣੇ ਨਾਲ ਤਾਂ ਸਾਂਭ ਲਓ, ਆਪਣੇ ਨਾਲ ਤਾਂ ਦੇ ਦਿਓ ਨੌਕਰੀ, ਆਪਣੇ ਨਾਲ ਨੌਕਰੀ ਦੇ ਦਿਓ, ਉਸ ਤੋਂ ਬਾਅਦ ਕਰੋ ਜੋ ਬੁਲਾਓ ਜਿਹਨੂੰ ਬੁਲਾਉਣਾ, ਸਾਨੂੰ ਕੋਈ ਟੈਨਸ਼ਨ ਨਹੀਂ। ਤਾਂ ਪਹਿਲਾਂ ਹੀ ਬਹੁਤ ਪ੍ਰੈਸ਼ਰ ਹੈ, ਪੋਪੂਲੇਸ਼ਨ ਪ੍ਰੈਸ਼ਰ ਹੈ ਸਾਡੇ ਦੇਸ਼ ਦੇ ਉੱਪਰ, ਅਤੇ ਅਸੀਂ ਇਹੋ ਜਿਹੇ ਕਾਨੂੰਨ ਪਾਸ ਕਰਦੇ ਚੰਗੇ ਨਹੀਂ ਲੱਗਦੇ। ਉੱਤੋਂ ਫਿਰ ਇਸ਼ੂ ਬਣ ਗਿਆ ਬਈ ਭਾਈ ਇੱਕ ਧਰਮ ਨੂੰ ਬਾਹਰ ਰੱਖਿਆ ਗਿਆ, ਇਸਲਾਮ ਧਰਮ ਨੂੰ ਬਾਹਰ ਰੱਖਿਆ ਗਿਆ। ਫਿਰ ਉਹ ਤਰਕ ਇਹ ਦੇ ਰਹੇ ਨੇ ਵੀ ਇਸਲਾਮਿਕ ਕੰਟਰੀ 'ਚ ਇਸਲਾਮ ਨੂੰ ਕੀ ਖਤਰਾ ਹੋ ਸਕਦਾ, ਉਹ ਇਹ ਤਰਕ ਦਿੰਦੇ ਨੇ। ਫਿਰ ਆਪਾਂ ਨਹੀਂ, ਪਰ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਨਾ ਕਿ ਹਿੰਦੁਸਤਾਨ 'ਚ ਹਿੰਦੂ ਨੂੰ ਖਤਰਾ ਨਹੀਂ ਹੈਗਾ, ਹੋ ਸਕਦਾ ਨਾ, ਉੱਥੇ ਵੀ ਹੋ ਸਕਦਾ। ਮੋਟੇ ਮੋਟੇ ਤੌਰ 'ਤੇ ਦੇਖਿਆ ਜਾਵੇ ਫਿਰ ਤਾਂ ਠੀਕ ਹੈ, ਪਰ ਹਜੇ ਲੋੜ ਨਹੀਂ ਸੀ ਹਜੇ ਕਾਨੂੰਨ ਦੀ। ਹਜੇ ਆਪਾਂ ਬਾਕੀ ਸਾਡੀ ਆਰਥਿਕ ਪ੍ਰੋਬਲਮਸ ਤੋਂ ਜੂਝ ਰਹੇ ਹਾਂ ਅਸੀਂ। ਸਰ ਐਕਚੁਅਲੀ ਬੇਸਿਕਲੀ ਤਾਂ ਉਹ ਜਿਹੜੇ 19 ਲੱਖ ਇਮੀਗ੍ਰੈਂਟਸ ਇਲੀਗਲ ਨੇ ਉਹਨਾਂ ਨੂੰ ਭੇਜਣ ਦਾ ਤਰੀਕਾ ਹੀ ਕੱਢਿਆ ਇਹਨਾਂ ਨੇ। ਨਹੀਂ, ਪਰ ਇਹਦੇ ਨਾਲ ਬਾਕੀ ਲੋਕਾਂ ਨੂੰ ਅਧਿਕਾਰ ਤਾਂ ਮਿਲ ਗਿਆ ਨਾ ਇੰਡੀਆ 'ਚ ਆਉਣ ਦਾ। ਦੋਜ਼ ਹੂ ਹੈਵ ਲਾਈਕ, ਮਤਲਬ ਫਿਰ ਤਾਂ ਯਾਰ ਸਾਰਿਆਂ ਨੂੰ ਭੇਜ ਦਿਓ। ਅੱਛਾ ਵੀ ਤੁਸੀਂ ਸਿਰਫ ਉਹਨਾਂ 'ਚੋਂ ਮੁਸਲਮਾਨਾਂ ਨੂੰ ਭੇਜਤਾ ਅਤੇ ਬਾਕੀ ਹਿੰਦੂਆਂ ਨੂੰ ਅਤੇ ਬਾਕੀਆਂ ਨੂੰ ਰੱਖ ਲਿਆ ਇੱਥੇ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਇਹੀ ਕਹਿੰਦਾ। But the thing is this ਕਿ ਜਿਹੜੇ ਦੂਸਰੇ ਰਿਲੀਜਨਸ ਚੋਂ ਹਿੰਦੂ ਜਾਂ ਜੈਨਿਜ਼ਮ ਹੈਗੇ ਉਹ ਬੋਡੋ ਕਮਿਊਨਿਟੀ ਐਕਟ ਦੇ ਤਹਿਤ ਰਹਿੰਦੇ, ਜਿਹੜਾ ਅਸਾਮ ਦੇ ਵਿੱਚ ਨਹੀਂ ਹੋਇਆ। ਉਹ ਤਾਂ ਸਿਰਫ ਬੰਗਲਾਦੇਸ਼ ਤੇ ਇੰਡੀਆ ਦੀ ਪ੍ਰੋਬਲਮ ਹੈ, ਉਹਨੂੰ ਛੱਡੋ। ਲਾਰਜਲੀ ਵੀ ਆਰ ਟਾਕਿੰਗ ਅਬਾਊਟ ਸਿਟੀਜ਼ਨਸ਼ਿਪ ਅਮੈਂਡਮੈਂਟ। ਚਲੋ ਵੀਲ ਟਾਕ ਔਨ ਸਮ ਅਦਰ ਡੇ, ਕੋਈ ਦਿੱਕਤ ਨਹੀਂ ਇਹਦੇ ਉੱਪਰ। ਬਸ ਇਹ ਸਮਝੋ ਵੀ ਇੱਕ ਧਰਮ ਨੂੰ ਚੋਂ ਬਾਹਰ ਰੱਖਿਆ ਗਿਆ, ਪਰ ਸਾਡਾ ਜਿਹੜਾ ਸੰਵਿਧਾਨ ਹੈ ਉੱਥੇ ਅੱਜ ਤੱਕ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਵੀ ਆਪਾਂ ਇੱਕ ਪਰਟੀਕੂਲਰ ਧਰਮ ਨੂੰ ਜਿਹੜਾ ਹੈਗਾ ਬਾਹਰ ਰੱਖੀਏ ਜਾਂ ਕਿਸੇ ਨੂੰ ਇੱਕ ਨੂੰ ਫਾਇਦਾ ਦਈਏ। ਸੋ ਇਸ ਕਰਕੇ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਇਹ ਚੀਜ਼ ਖਟਕਦੀ ਹੈ। ਆਰਟੀਕਲ 29 ਕਲੀਅਰ ਹੋ ਗਿਆ ਜੀ। ਜਿਹੜੀਆਂ ਮਾਈਨੋਰਿਟੀਜ਼ ਨੇ, ਅਲਪਸੰਖਿਅਕ ਜਿਹੜੀਆਂ ਸੰਸਥਾ ਮਤਲਬ ਉਹ ਨੇ ਲੋਕ ਨੇ ਸਾਡੇ ਦੇਸ਼ ਦੇ, ਉਹਨਾਂ ਦੀ ਪ੍ਰੋਟੈਕਸ਼ਨ ਦੀ ਗੱਲ। ਆਰਟੀਕਲ ਨੰਬਰ 30 ਕੀ ਕਹਿੰਦਾ ਜੀ? ਜਿਹੜੇ ਇੰਸਟੀਟਿਊਸ਼ਨ ਬਣਾ ਸਕਦੀਆਂ ਨੇ ਮਾਈਨੋਰਿਟੀਜ਼ ਆਪਣੇ ਖੁਦ ਦੇ, ਕਹਿੰਦੇ ਜੀ ਭਾਸ਼ਾ ਅਤੇ ਧਰਮ ਦੇ ਆਧਾਰ 'ਤੇ ਘੱਟ ਗਿਣਤੀ ਦੇ ਲੋਕ ਆਪਣੀਆਂ ਵਿਦਿਅਕ ਸੰਸਥਾਵਾਂ ਖੋਲ੍ਹ ਸਕਦੇ ਹਨ ਅਤੇ ਉਹਨਾਂ ਦਾ ਪ੍ਰਬੰਧ ਚਲਾ ਸਕਦੇ ਹਨ। ਰਾਜ ਵਿਦਿਅਕ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਦਿੰਦੇ ਸਮੇਂ ਇਹ ਵਿਤਕਰਾ ਨਹੀਂ ਕਰਦਾ ਕਿ ਘੱਟ ਗਿਣਤੀ ਵੱਲੋਂ ਚਲਾਈਆਂ ਜਾ ਰਹੀਆਂ ਹਨ। ਬਸ ਦੋ ਗੱਲਾਂ ਨਹੀਂ ਜੀ, ਕੋਈ ਲੰਬੀ ਚੌੜੀ ਗੱਲ ਹੈ ਨਹੀਂ। ਦੇ ਦੂਗਾ ਉਹ, ਕਿਉਂਕਿ ਇੱਥੇ ਉਹਨਾਂ ਦੀ ਪ੍ਰੋਟੈਕਸ਼ਨ ਦੀ ਇਹ ਗੱਲ ਹੈ। ਸਰਕਾਰ ਉਹਨਾਂ ਨੂੰ ਫੰਡ ਇਸ ਕਰਕੇ ਦਊਗੀ ਕਿਉਂਕਿ ਸਰਕਾਰ ਨੂੰ ਪਤਾ ਵੀ ਉਹ ਮਾਈਨੋਰਿਟੀ ਨੇ, ਉਹਨਾਂ ਨੂੰ ਸਹਾਇਤਾ ਦੀ ਲੋੜ ਹੈ ਉਹਨਾਂ ਦੀ ਪ੍ਰਤਾੜਨਾ ਨੂੰ ਰੋਕਣ ਵਾਸਤੇ। ਇੱਕ ਇਨਡਾਇਰੈਕਟ ਸਟੈਪ ਹੈ। ਅੱਛਾ ਇਹਦੇ 'ਚ ਗੱਲ ਪਤਾ ਕੀ ਕਿਉਂ ਪੜ੍ਹ ਰਹੇ ਆਪਾਂ ਇਹਨੂੰ? ਹੁਣ ਸਰਕਾਰ ਫੰਡ ਵੀ ਦੇ ਸਕਦੀ ਹੈ, ਸਰਕਾਰ ਦੇ ਫੰਡ ਦੇਣ ਦੇ ਬਾਵਜੂਦ ਵੀ ਉਹ ਆਪਣੀ ਸੰਸਥਾ ਨੂੰ ਆਪਣੇ ਹਿਸਾਬ ਨਾਲ ਚਲਾ ਸਕਦੇ ਨੇ। ਇਹ ਵਿਸ਼ੇਸ਼ ਅਧਿਕਾਰ ਮਿਲਿਆ ਹੋਇਆ ਉਹਨਾਂ ਨੂੰ। ਉੱਦਾਂ ਆਪਾਂ ਕੀ ਪੜ੍ਹਿਆ? ਜਦੋਂ ਸਰਕਾਰ ਨੇ ਫੰਡ ਦਿੱਤਾ ਫਿਰ ਤੁਸੀਂ ਧਾਰਮਿਕ ਇੰਸਟਰਕਸ਼ਨ ਨਹੀਂ ਦੇ ਸਕਦੇ, ਪਰ ਇਹ ਦੇ ਸਕਦੇ ਨੇ। ਠੀਕ ਹੈ ਜੀ। ਅਕੈਡਮੀਜ਼ ਨੇ ਜਿਹੜੀਆਂ, ਜਾਂ ਫਿਰ ਮਦਰਸਾਜ਼ ਨੇ, ਲਾਈਕ ਦੈਟ। ਕੁਛ ਕੌਨਵੈਂਟ ਸਕੂਲਸ ਨੇ, ਮੰਨ ਲਓ ਸਰਕਾਰ ਨੇ ਉਹਨਾਂ ਨੂੰ ਦਿੱਤਾ ਫੰਡ, ਦੇ ਦਿੱਤੀ ਹੈ ਸਰਕਾਰ, ਏਡ ਕਰ ਰਹੀ ਹੈ ਉਹਨਾਂ ਨੂੰ, ਦਿੰਦੀ ਹੈ। ਜਿਹੜੀਆਂ ਅਕੈਡਮੀਜ਼ ਨੇ ਉਹਨਾਂ ਨੂੰ ਮਿਲਦੀ ਹੈ ਏਡ, ਸਰਕਾਰ ਵੱਲੋਂ ਮਿਲਦੀ ਹੋਣੀ ਹੈ। ਅਤੇ ਪਰ ਫਿਰ ਵੀ ਉਹ ਇੰਸਟਰਕਸ਼ਨਸ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਮਾਈਨੋਰਿਟੀ ਦੇ ਤਹਿਤ ਅਧਿਕਾਰ ਮਿਲਿਆ ਹੋਇਆ। ਠੀਕ ਹੈ ਜੀ। ਅੱਛਾ ਜੀ, ਉਸ ਤੋਂ ਬਾਅਦ ਆਰਟੀਕਲ 31 ਤਾਂ ਖਤਮ ਹੋ ਗਿਆ। ਉਹਦੇ ਬਾਰੇ ਤਾਂ ਪੜ੍ਹਨਾ ਹੈ ਕਿ ਮੈਂ ਤੁਹਾਨੂੰ ਕਿਹਾ ਸੀ ਸਾਡੇ ਸੰਵਿਧਾਨ ਦਾ ਜਿਹੜਾ ਪਾਰਟ ਨੰਬਰ 12 ਹੈ, ਭਾਗ 12, ਉਹਦੇ ਵਿੱਚ ਆਰਟੀਕਲ 300A ਦੇ ਰੂਪ 'ਚ ਹੁਣ ਉਹ ਜਾ ਕੇ ਜਮ੍ਹਾਂ ਹੋ ਗਿਆ। ਹੁਣ ਇੱਕ ਕਾਨੂੰਨੀ ਅਧਿਕਾਰ ਬਣ ਚੁੱਕਿਆ। ਇਟਸ ਅ ਲੀਗਲ ਰਾਈਟ, ਲੀਗਲ ਰਾਈਟ।
ਕਾਨੂੰਨੀ ਤੌਰ ਤੇ ਤੁਸੀਂ ਉਹਦੀ ਮੰਗ ਕਰ ਸਕਦੇ ਹੋ, ਤੁਹਾਨੂੰ ਲੱਗਦਾ ਵੀ ਕਿਸੇ ਨੇ ਤੁਹਾਡੀ ਪ੍ਰਾਪਰਟੀ ਦੇ ਉੱਪਰ ਇਲੀਗਲ ਕਬਜ਼ਾ ਕਰ ਲਿਆ, ਪਰ ਤੁਹਾਡਾ ਮੌਲਿਕ ਅਧਿਕਾਰ ਨਹੀਂ ਹੈਗਾ, ਖੋਇਆ ਜਾ ਸਕਦਾ, ਤੁਹਾਡੇ ਤੋਂ ਪ੍ਰਾਪਰਟੀ ਖੋਈ ਜਾ ਸਕਦੀ ਹੈ ਸਟੇਟ ਦੁਆਰਾ। ਕਹਿੰਦਾ ਜੀ ਸੰਵਿਧਾਨ ਨਿਰਮਾਤਾਵਾਂ ਨੂੰ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਦੇ ਵਿੱਚ ਦਰਜ ਕਰਨ ਦੇ ਨਾਲ ਨਾਲ ਇਹਨਾਂ ਨੂੰ ਲਾਗੂ, ਕਿਉਂਕਿ ਜੇ ਜਦੋਂ ਤੱਕ ਸਾਡੇ ਮੌਲਿਕ ਅਧਿਕਾਰ ਲਾਗੂ ਨਾ ਹੋਏ ਤਾਂ ਫਿਰ ਉਹਦਾ ਫਾਇਦਾ ਕੀ ਹੈ? ਐਪਲੀਕੇਸ਼ਨ ਜ਼ਿਆਦਾ ਇੰਪੋਰਟੈਂਟ ਹੈ ਨਾ, ਸਿਰਫ ਮੌਲਿਕ ਅਧਿਕਾਰ ਲਿਖ ਦੇਣਾ ਤਾਂ ਇਟਸ ਨਾਟ ਅ ਬਿਗ ਡੀਲ। ਫਿਰ ਇਸ ਕਰਕੇ ਇਹਨਾਂ ਨੂੰ ਲਾਗੂ ਕਰਾਉਣ ਦੇ ਲਈ ਵੀ ਜੇ ਕਿਤੇ ਇਹੋ ਜਿਹੀ ਕੋਈ ਸਿਚੁਏਸ਼ਨ ਆ ਗਈ ਵੀ ਸਾਡੇ ਮੌਲਿਕ ਅਧਿਕਾਰ ਕੰਮ ਨਹੀਂ ਕਰ ਰਹੇ, ਠੀਕ ਹੈ ਨਾ, ਆਪਣੀ ਐਕਸ਼ਨ ਦੇ ਵਿੱਚ ਨਹੀਂ ਆ ਰਹੇ, ਉਸ ਕੇਸ ਦੇ ਵਿੱਚ ਅਸੀਂ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹਾਂ ਆਰਟੀਕਲ 32 ਦੇ ਤਹਿਤ ਇਹਨਾਂ ਦੀ ਐਪਲੀਕੇਸ਼ਨ ਨੂੰ ਰਿਜ਼ਿਊਮ ਕਰਨ ਦੇ ਲਈ, ਇਹਨਾਂ ਨੂੰ ਚਲਾਉਣ ਦੇ ਲਈ ਵੀ ਭਾਈ ਸਾਨੂੰ ਅਧਿਕਾਰ ਮਿਲਿਆ ਸੀ, ਕੰਮ ਹੀ ਨਹੀਂ ਕਰ ਰਿਹਾ ਅਧਿਕਾਰ ਸਾਡਾ। ਫਿਰ ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਹੈ ਜਿਹੜੀ, ਜਿੱਥੇ ਵੀ ਤੁਸੀਂ ਜਾਂਦੇ ਹੋ, ਉਹ ਸੁਪਰੀਮ ਕੋਰਟ ਜਿਸ ਸੰਸਥਾ ਦੁਆਰਾ ਤੁਹਾਡਾ ਅਧਿਕਾਰ ਜਿਹੜਾ ਹੈਗਾ ਉਹ ਰੋਕਿਆ ਜਾ ਰਿਹਾ, ਉਹਨੂੰ ਉਹ ਆਰਡਰ ਦੇ ਸਕਦੀ ਹੈ ਅਤੇ ਫਿਰ ਉਹਨੂੰ ਮਤਲਬ ਆਰਡਰ ਦੇਊਗੀ ਕਿ ਇਹਨੂੰ ਦਿਓ ਇਹਨਾਂ ਨੂੰ ਅਧਿਕਾਰ, ਠੀਕ ਹੈ ਜੀ। ਇਹਨੂੰ ਅਸੀਂ ਰਿਟ ਕਹਿ ਦਿੰਦੇ ਹਾਂ। 5 ਤਰ੍ਹਾਂ ਦੀ ਰਿਟ ਹੈ ਜੀ। ਦੇਖੋ ਇਹਦਾ ਕੰਮ ਕੀ ਹੈ ਜੀ, ਇਫੈਕਟਿਵ ਮਸ਼ੀਨਰੀ ਫॉर द ਇਨਫੋਰਸਮੈਂਟ, ਇੱਕ ਮਸ਼ੀਨ ਬਣਾ ਦੇਣੀ ਤਾਂ ਕਿ ਮੌਲਿਕ ਅਧਿਕਾਰ ਸਵੈ ਖੁਦ ਲਾਗੂ ਹੋ ਜਾਣ, ਲਾਗੂ ਹੁੰਦੇ ਰਹਿਣ। ਜੇ ਕਿਤੇ ਕੋਈ ਕਮੀ ਆਉਂਦੀ ਹੈ ਤਾਂ ਲੋਕ ਕੋਰਟ 'ਚ ਜਾ ਕੇ ਉਹਦਾ ਨਿਪਟਾਰਾ ਕਰਵਾ ਸਕਣ। ਦੂਜੀ ਗੱਲ, ਸਾਡੇ ਮੌਲਿਕ ਅਧਿਕਾਰ ਨੂੰ ਬਚਾਉਂਦੀ ਆ ਆਹ ਚੀਜ਼, ਕਿਉਂਕਿ ਅਸੀਂ ਸਿੱਧਾ ਸੁਪਰੀਮ ਕੋਰਟ ਚਲੇ ਜਾਵਾਂਗੇ ਆਰਟੀਕਲ 32 ਦੇ ਤਹਿਤ ਅਤੇ ਹਾਈ ਕੋਰਟ ਚਲੇ ਜਾਵਾਂਗੇ ਆਰਟੀਕਲ 226 ਦੇ ਤਹਿਤ। ਯਾਦ ਹੈ ਜੀ, ਵੀ ਕੈਨ ਡਾਇਰੈਕਟਲੀ ਮੂਵ ਟੂ ਸੁਪਰੀਮ ਕੋਰਟ। ਪਰ ਤੁਸੀਂ ਸੁਪਰੀਮ ਕੋਰਟ ਆਰਟੀਕਲ 32 ਦੇ ਤਹਿਤ ਸਿਰਫ ਉਦੋਂ ਜਾ ਸਕਦੇ ਹੋ ਜਦੋਂ ਤੁਹਾਡੇ ਮੌਲਿਕ ਅਧਿਕਾਰਾਂ ਦਾ ਖਨਨ ਹੋ ਰਿਹਾ। ਹਾਂਜੀ ਮੈਮ, ਕੁਲਦੀਪ ਮੈਮ, ਠੀਕ ਹੈ ਜੀ। ਯੂ ਵਾਂਟ ਅ ਗਲਾਸ ਆਫ ਵਾਟਰ, ਟੇਕ ਇਟ, ਠੀਕ ਹੈ ਜੀ। ਜੇਕਰ ਤੁਹਾਡੇ ਮੌਲਿਕ ਅਧਿਕਾਰਾਂ ਦਾ ਖਨਨ ਹੁੰਦਾ ਹੈ ਤਾਂ ਹੀ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹੋ ਆਰਟੀਕਲ 32 ਦੇ ਤਹਿਤ। ਹੋਰ ਕਿਸੇ ਕੇਸ ਨੂੰ ਲੈ ਕੇ ਤੁਸੀਂ ਸਿੱਧਾ ਸੁਪਰੀਮ ਕੋਰਟ 'ਚ ਨਹੀਂ ਜਾ ਸਕਦੇ। ਹਾਂ, ਜੇ ਤੁਸੀਂ ਹਾਈ ਕੋਰਟ 'ਚ ਪਹਿਲਾਂ ਆਪਣਾ ਕੇਸ ਲੜੇ ਹੋ, ਤੁਹਾਨੂੰ ਹੁਣ ਹਾਈ ਕੋਰਟ ਦਾ ਫੈਸਲਾ ਪਸੰਦ ਨਹੀਂ ਹੈਗਾ, ਫਿਰ ਤੁਸੀਂ ਉਹਦੀ ਅਪੀਲ ਸੁਪਰੀਮ ਕੋਰਟ 'ਚ ਪਾ ਸਕਦੇ ਹੋ। ਪਰ ਇਹ ਨਹੀਂ ਵੀ ਕੋਈ ਗੱਲ ਹੋ ਗਈ ਤਾਂ ਸਿੱਧਾ ਸੁਪਰੀਮ ਕੋਰਟ 'ਚ ਚਲੇ ਜਾਓਗੇ ਨਾ। ਓਨਲੀ ਮੌਲਿਕ ਅਧਿਕਾਰ। ਹਾਂਜੀ, ਆਰਟੀਕਲ 32 ਸੁਪਰੀਮ ਕੋਰਟ ਜਾਣਾ ਹੈ, ਕੀ ਕਰਨਾ ਹੈ? ਸਰ ਮੌਲਿਕ ਅਧਿਕਾਰ ਭੰਗ ਹੋਇਆ, ਆ ਜਾਓ। ਹਾਂਜੀ ਸਰ, ਚੋਰੀ ਹੋ ਗਈ ਘਰੇ, ਸੁਪਰੀਮ ਕੋਰਟ ਜਾਣਾ। ਨਹੀਂ ਬੇਟਾ, ਜਾਓ ਪੁਲਿਸ ਸਟੇਸ਼ਨ ਜਾਓ, ਫਿਰ ਸਮਾਣੇ ਕੋਰਟ 'ਚ ਜਾਇਓ, ਫਿਰ ਪਟਿਆਲੇ ਕੋਰਟ 'ਚ ਜਾਇਓ, ਫਿਰ ਹੋ ਸਕਦਾ ਤਾਂ ਫਿਰ ਚੰਡੀਗੜ੍ਹ ਹਾਈ ਕੋਰਟ 'ਚ ਜਾਇਓ। ਫਿਰ ਜੇ ਬਚ ਗਏ, ਜਦੋਂ ਤੱਕ ਜਿਉਂਦੇ ਰਹੇ ਤਾਂ ਆ ਜਾਇਓ ਫਿਰ ਸੁਪਰੀਮ ਕੋਰਟ, ਠੀਕ ਹੈ ਜੀ। ਅਦਰਵਾਈਜ਼ ਮੌਲਿਕ ਅਧਿਕਾਰ ਭੰਗ ਹੋ ਰਹੇ ਨੇ ਆਰਟੀਕਲ 15, 16, 17, 18, 19, 20, 21, ਫਿਰ ਆ ਜਾਓ। ਨਹੀਂ ਸਰ, ਉਹ ਤਾਂ ਨਹੀਂ ਭੰਗ ਹੋ ਰਹੇ, ਜਾਓ ਫਿਰ, ਠੀਕ ਹੈ ਜੀ। ਸੋ ਸੁਪਰੀਮ ਕੋਰਟ ਇਸ਼ੂ ਕਰ ਸਕਦੀ ਹੈ ਕਿਸੇ ਵੀ ਤਰ੍ਹਾਂ ਦੇ ਆਰਡਰ ਨੂੰ, ਰਿਟ ਨੂੰ। ਰਿਟ ਦਾ ਮਤਲਬ ਹੁੰਦਾ ਹੁਕਮ, ਆਰਡਰ, ਆਰਡਰ। ਰਾਸ਼ਟਰਪਤੀ ਜੇ ਚਾਹੇ ਆਰਟੀਕਲ 32 ਨੂੰ ਵੀ ਥੋੜੇ ਟਾਈਮ ਲਈ ਸਸਪੈਂਡ ਕਰ ਸਕਦਾ ਹੈ ਐਮਰਜੈਂਸੀ ਦੇ ਦੌਰਾਨ। ਕਿਹੜੀ ਐਮਰਜੈਂਸੀ? ਸਿਰਫ ਨੈਸ਼ਨਲ ਐਮਰਜੈਂਸੀ ਦੇ ਦੌਰਾਨ। ਯਾਦ ਹੈ ਨਾ, ਸਿਰਫ 20 ਤੇ 21 ਨੂੰ ਨਹੀਂ ਰੋਕ ਸਕਦੇ ਜੀ, ਬਾਕੀ ਨੂੰ ਰੋਕ ਸਕਦੇ। ਇਹ ਵੀ ਆਉਂਦਾ ਉਹਦੇ ਵਿੱਚ ਹੀ ਰੋਕਤਾ, ਨਹੀਂ ਜਾ ਸਕਦੇ ਕੋਰਟ। ਹਜੇ ਭੰਗ ਹੋ ਰਹੇ ਨੇ ਮੌਲਿਕ ਅਧਿਕਾਰ, ਕੋਈ ਨਹੀਂ, ਭੰਗ ਹੋਈ ਜਾਣ ਦਿਓ, ਪਹਿਲਾਂ ਐਮਰਜੈਂਸੀ ਲੱਗੀ ਹੋਈ ਹੈ, ਇਹਨੂੰ ਸੈੱਟ ਹੋ ਲੈਣ ਦਿਓ, ਫਿਰ ਦੇਖਾਂਗੇ। ਠੀਕ ਹੈ ਸਰ, ਓਕੇ, ਗੁੱਡ ਬਾਏ, ਜਾਓ। ਚਲੋ ਜੀ, ਆਹ 5 ਤਰ੍ਹਾਂ ਦੇ ਆਰਡਰ ਨੇ, ਰਿਟਸ ਨੇ, ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਮੈਂਸ਼ਨ ਨੇ। ਦੇਖਿਓ ਪੰਜਾਬੀ 'ਚ ਤਾਂ ਬੜੇ ਔਖੇ ਨੇ, ਮੈਂ ਲਿਖਤੇ ਫਿਰ ਵੀ, ਮੈਂ ਕਿਹਾ ਵੀ ਇੱਦਾਂ ਨਾਰਾਜ਼ ਨਹੀਂ ਹੋਣੇ ਚਾਹੀਦੇ ਸਟੂਡੈਂਟਸ। ਹੈਬਸ ਕਾਰਪਸ, ਮੈਂਡਮਸ, ਪ੍ਰੋਹਿਬਿਸ਼ਨ, ਸਰਸ਼ਿਓਰਰੀ, ਕਿਊਵਰੰਟੋ, ਇਹ ਸਭ ਲੈਟਿਨ ਭਾਸ਼ਾ ਦੇ ਸ਼ਬਦ ਨੇ ਜੀ, ਲੀਗਲ ਮੈਕਸਿਮ ਨੇ, ਠੀਕ ਹੈ ਜੀ। ਚਲੋ ਜੀ, ਹੈਬਸ ਕਾਰਪਸ ਪੰਜਾਬੀ 'ਚ ਕਹਿੰਦੇ ਬੰਦੀ ਪ੍ਰਤੱਖੀਕਰਨ, ਕਿਸੇ ਨੂੰ ਬੰਦੀ ਨਹੀਂ ਬਣਾ ਸਕਦੇ ਜੀ। ਸਾਡੀ ਲਿਬਰਟੀ, ਸਾਨੂੰ ਆਜ਼ਾਦੀ ਮੁਹੱਈਆ ਕਰਵਾਉਂਦੀ ਹੈ ਇਹ ਚੀਜ਼।